ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲੰਘੇ ਦਿਨ ਮਾਣਯੋਗ ਹਾਈ ਕੋਰਟ ਦੇ ਵਿੱਚ ਨਸ਼ਿਆਂ ਵਾਲਾ ਕੇਸ ਸੁਣਵਾਈ ਲਈ ਆਉਂਦਾ। ਕਾਫੀ ਅਹਿਮ ਪ੍ਰੋਸੀਡਿੰਗਸ ਰਹੀਆਂ। ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਆਉਂਦਾ। ਵਿਦੇਸ਼ ਵਿੱਚ ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾਣਾ, ਉਹਨਾਂ ਦਾ ਜ਼ਿਕਰ ਆਉਂਦਾ ਹੈ ਸਾਬਕਾ ਡੀਜੀਪੀ ਚਟੋਪਾਧਿਆ ਸਾਹਿਬ ਦਾ, ਔਰ ਜ਼ਿਕਰ ਆਉਂਦਾ ਹੈ ਹੋਰ ਮਾਮਲਿਆਂ ਦਾ ਤੁਹਾਡੀ ਸਾਂਝ ਪਵਾਉਣੇ। ਦੂਜਾ ਮਾਮਲਾ ਵੀ ਬਹੁਤ ਅਹਿਮ ਆ, ਜਿਹਦੇ ਵਿੱਚ ਭਾਸਕਰ ਸਾਹਿਬ ਦੀ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਹੁੰਦੀ ਆ। ਉਹ ਉਹਨਾਂ ਦੋ ਹੋਰ ਕਲਿੱਪਸ ਬਾਰੇ ਪੁੱਛਦੇ ਆ, ਵੀਡੀਓਜ਼ ਬਾਰੇ ਪੁੱਛਦੇ ਆ ਵੀ ਕਿਹਨਾਂ ਦੀਆਂ ਨੇ ਤੇ ਕਿਵੇਂ ਨੇ। ਇਹਦੇ ਉੱਤੇ ਖਹਿਰਾ ਸਾਹਿਬ ਕੋਈ ਚਾਨਣਾ ਪਾਉਂਦੇ ਨੇ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਗੱਲ। ਤੀਜਾ ਮਾਮਲਾ, ਮਨੀਸ਼ ਸਿਸੋਦੀਆ ਨੂੰ ਪਹਿਲੀ ਵਾਰੀ ਈਡੀ ਆਪਣੀ ਚਾਰਜ ਸ਼ੀਟ ਦੇ ਵਿੱਚ ਸ਼ਾਮਲ ਕਰਦੀ ਆ। ਇਹ ਵੀ ਅਹਿਮ ਮਾਮਲਾ, ਤੁਹਾਡੇ ਨਾਲ ਇੱਥੇ ਵੀ ਗੱਲ ਤੋਰਾਂਗੇ। ਤੇ ਇਰੀਗੇਸ਼ਨ ਸਕੈਮ 1000 ਕਰੋੜ ਦਾ ਜ਼ਿਕਰ ਬੜਾ ਹੁੰਦਾ ਰਿਹਾ, ਕਥਿਤ 1000 ਕਰੋੜੀ। ਉਹਦੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਦੀ ਸੰਪਤੀ ਈਡੀ ਵੱਲੋਂ ਜ਼ਬਤ ਕਰ ਲਈ ਗਈ, ਕੋਈ 70 ਕਰੋੜ ਦੀ ਦੱਸੀ ਜਾਂਦੀ ਆ। ਗੱਲ ਤੋਰਾਂਗੇ ਜੰਜੂਆ ਸਾਹਿਬ ਦੀ ਚਿੱਠੀ ਦੀ, ਜਿਹਦੇ ਵਿੱਚ ਉਹਨਾਂ ਨੇ 15 ਦਿਨਾਂ ਦੀ ਮੋਹਲਤ ਦੇਤੀ ਆ ਸਕੱਤਰਾਂ ਸਾਰਿਆਂ ਨੂੰ, ਵੱਡੇ ਆਈਐਸ ਅਫਸਰਾਂ ਨੂੰ। ਗੱਲ ਤੋਰਦੇ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਕੱਲ ਸੁਣਵਾਈ ਹਾਈ ਕੋਰਟ 'ਚ ਹੁੰਦੀ ਆ, ਉਹਦੇ ਵਿੱਚ ਵੱਡੇ ਵੱਡੇ ਨਾਵਾਂ ਦਾ ਜ਼ਿਕਰ ਹੈ। ਗੱਲ ਤੋਰ ਕੇ ਦੱਸਿਓ, ਗੱਲ ਕਿੱਥੇ ਖੜੀ? 3 ਬੰਦ ਲਿਫਾਫਿਆਂ ਦੇ ਖੁੱਲਣ ਤੋਂ ਬਾਅਦ ਇਹ ਕੱਲ ਦੀ ਸੁਣਵਾਈ ਬੜੀ ਇੰਪੋਰਟੈਂਸ ਰੱਖਦੀ ਸੀ, ਕਿਉਂਕਿ ਇਸ ਸੁਣਵਾਈ ਦੇ ਵਿੱਚ ਸਰਕਾਰ ਨੇ ਦੱਸਣਾ ਸੀਗਾ ਕਿ ਡਰੱਗ ਦੇ ਮੁੱਦਿਆਂ ਦੇ ਉੱਤੇ ਕਿੰਨੀ ਕੁ ਅੱਗੇ ਵਧੇ। ਔਰ ਜਦ ਇਹਦੀ ਸੁਣਵਾਈ ਹੋਈ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਸਰਕਾਰ ਨੇ ਇੱਕ ਐਫੀਡੇਵਿਟ ਦੇ ਰੂਪ ਵਿੱਚ ਕਿ ਵੀ ਜਿਹੜੇ ਵੀ ਪੁਲਿਸ ਵਾਲਿਆਂ ਦਾ ਡਰੱਗ ਪੈਡਲਿੰਗ ਦੇ ਨਾਲ ਨੈਕਸਸ ਜਾਂ ਕੋਈ ਵੀ ਰੋਲ ਸੀਗਾ, ਉਹਨੂੰ ਅਸੀਂ 1 ਮਹੀਨੇ ਦੇ ਅੰਦਰ ਅੰਦਰ ਇਨਵੈਸਟੀਗੇਟ ਕਰਕੇ ਉਹਦੀ ਇੱਕ ਰਿਪੋਰਟ ਤਿਆਰ ਕਰਾਂਗੇ। ਉਸ ਤੋਂ ਇਲਾਵਾ, ਕਿਉਂਕਿ ਤੁਹਾਨੂੰ ਯਾਦ ਹੈਗੀ ਹੈ ਜਿਹੜੀ ਗੱਲ 3 ਲਿਫਾਫਿਆਂ ਦੀ ਹੁੰਦੀ ਸੀ, ਉਹਨਾਂ ਲਿਫਾਫਿਆਂ ਦੇ ਵਿੱਚ ਹੀ ਰਾਜਜੀਤ ਦਾ ਨਾਮ ਵੀ ਸੀਗਾ। ਇੰਦਰਪ੍ਰੀਤ ਤੇ ਚਲੋ ਪਹਿਲੀ ਅਰੈਸਟ ਸੀਗਾ, ਰਾਜਜੀਤ ਨੂੰ 17 ਅਪ੍ਰੈਲ ਨੂੰ ਡਿਸਮਿਸ ਕਰ ਦਿੱਤਾ ਗਿਆ। ਕੁਝ ਲੋਕਾਂ ਦੇ, ਖਾਸ ਕਰਕੇ ਅਕਿਊਜ਼ਡ ਕਹਿ ਲਈਏ, ਵਾਂਟਡ ਕਹਿ ਲਈਏ, ਉਹ ਕਾਫੀ ਸਾਰੇ ਡਰੱਗ ਦੇ ਕਾਰੋਬਾਰ ਦੇ ਵਿੱਚ ਲਿਪਤ ਲੋਕ ਬਾਹਰ ਸੀਗੇ। ਇਸ ਕੱਲ ਦੀ ਸੁਣਵਾਈ ਦੇ ਵਿੱਚ ਨਾਂ ਆਇਆ 3 ਲੋਕਾਂ ਦਾ, ਜਿਹੜੇ ਮਜੀਠੀਆ ਉਹਨਾਂ ਦੇ ਕੇਸ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਸੱਤਾ, ਪਿੰਡੀ ਤੇ ਲਾਡੀ, ਇਹਨਾਂ ਦੇ ਨਾਂ ਸੀਗੇ। ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਕਿ ਇਹਨਾਂ ਨੂੰ ਅਰੈਸਟ ਹਜੇ ਤੱਕ ਨਹੀਂ ਕੀਤਾ ਜਾ ਸਕਿਆ। ਅਰੈਸਟ ਕਰਨ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ। ਹਾਲਾਂਕਿ ਸੱਤਾ, ਪਿੰਡੀ ਜਾਂ ਲਾਡੀ ਦੀ ਗੱਲ ਜ਼ਰੂਰ ਕਰਦੇ ਆ, ਪਰ ਇਹਨਾਂ ਦੇ ਜਿਹੜੇ ਨਾਂ ਹੈਗੇ ਨੇ ਉਹ ਸਤਪ੍ਰੀਤ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਉਰਫ ਪਿੰਡੀ ਤੇ ਅਮਰਿੰਦਰ ਸਿੰਘ ਛੇਨਾ ਉਰਫ ਲਾਡੀ, ਇਹ 3 ਨਾਂ ਹੈਗੇ ਨੇ। ਇਸ ਤੋਂ ਇਲਾਵਾ ਕਈ ਹੋਰ ਨਾਵਾਂ ਦਾ ਵੀ ਕੱਲ ਹਾਈ ਕੋਰਟ ਦੇ ਵਿੱਚ ਇਹ ਤਿੰਨੇ ਲੋਕ ਵਿਦੇਸ਼ ਵਿੱਚ ਨੇ ਨਾ, ਵਿਦੇਸ਼ ਕੈਨੇਡਾ ਦੇ ਵਿੱਚ ਹੈਗੇ ਨੇ, ਇਸ ਰਿਪੋਰਟ ਦੇ ਵਿੱਚ ਲਿਖਿਆ ਹੋਇਆ। ਔਰ ਨਾਲ ਦੇ ਨਾਲ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਕਾਫੀ ਸਾਰੇ ਇਸ ਤਰ੍ਹਾਂ ਦੇ ਹੋਰ ਐਕਿਊਜ਼ਡ ਵੀ ਹੈਗੇ ਨੇ, ਜਿਨ੍ਹਾਂ ਨੂੰ ਐਕਸਟ੍ਰਾਡੀਸ਼ਨ ਯਾਨੀ ਉੱਥੋਂ ਕੈਨੇਡਾ ਤੋਂ ਜਾਂ ਦੂਜੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਉਹ ਰਹਿ ਰਹੇ, ਉਹਨਾਂ ਨੂੰ ਲਿਆਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ। ਹੋਮ ਮਿਨਿਸਟਰੀ ਨਾਲ ਵੀ ਗੱਲ ਹੋ ਗਈ ਹੈ ਔਰ ਇਹ ਪ੍ਰੋਸੈਸ ਕਾਫੀ ਅੱਗੇ ਤੱਕ ਵੱਧ ਵੀ ਗਿਆ। ਇਹਦੇ ਵਿੱਚ ਕੁਝ ਨਾਂ ਵੀ ਉਜਾਗਰ ਹੋਏ, ਹਾਲਾਂਕਿ ਇਸ ਤੋਂ ਪਹਿਲੇ ਇਹ ਨਾਂ ਬਹੁਤ ਲੋਕਾਂ ਨੂੰ ਨਹੀਂ ਪਤਾ ਸੀਗਾ। ਅਮਰਜੀਤ ਸਿੰਘ ਕੂਨਰ ਇੱਕ ਨਾਂ ਹੈਗਾ ਜਿਹੜਾ ਡਰੱਗ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਹੈ। ਲੈਂਬਰ ਸਿੰਘ ਦਲੇ, ਪ੍ਰਦੀਪ ਸਿੰਘ ਧਾਲੀਵਾਲ, ਲਾਡੀ ਛੀਨਾ, ਪਿੰਡੀ ਸਰਬਜੀਤ ਸਿੰਘ ਸੰਧਾਰ, ਨਿਰੰਕਾਰ ਸਿੰਘ ਢਿੱਲੋਂ, ਰਣਜੀਤ ਸਿੰਘ ਔਜਲਾ, ਰਣਜੀਤ ਕੌਰ ਕਾਲੋ ਤੇ ਮਦਨ ਲਾਲ, ਫਿਰ ਉਸ ਤੋਂ ਬਾਅਦ ਹਰਬੰਸ ਸਿੰਘ ਸੰਧੂ ਦਾ ਵੀ ਜ਼ਿਕਰ ਹੁੰਦਾ। ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਆਲਰੇਡੀ ਕਥਿਤ ਤੌਰ ਤੇ, ਇਸ ਕਰਕੇ ਕਵਾਂਗੇ ਪਰ ਐਫੀਡੇਵਿਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਾਂ ਕਥਿਤ ਵੀ ਨਹੀਂ ਕਹਿ ਸਕਦੇ। ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਇੰਡੀਆ ਵਾਪਸ ਲਿਆਉਣ ਦੀ ਜਿਹੜੀ ਐਕਸਰਸਾਈਜ਼ ਹੈਗੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਮਾਰਚ 31 ਨੂੰ ਅਗਲੀ ਡੇਟ ਹੈ। ਔਰ ਤੁਹਾਨੂੰ ਯਾਦ ਇਹ ਵੀ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਹੋਮ ਸੈਕਟਰੀ ਨੇ ਡੀਜੀਪੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਸੀਗਾ, ਜਿਹਦੇ ਵਿੱਚ ਕਿਹਾ ਸੀਗਾ ਕਿ 30 ਦਿਨ ਦੇ ਅੰਦਰ ਅੰਦਰ ਉਹ ਰਿਪੋਰਟ ਨਸ਼ਰ ਰੱਖੋ, ਕਿਉਂਕਿ ਇੰਦਰਜੀਤ ਔਰ ਰਾਜਜੀਤ ਦੇ ਨੈਕਸਸ ਦੇ ਬਾਅਦ ਏਦਾਂ ਦੇ ਹੋਰ ਵੀ ਕੋਈ ਪੁਲਿਸ ਅਫਸਰ ਹੋ ਸਕਦੇ ਨੇ ਜਿਨ੍ਹਾਂ ਦਾ ਇਸ ਤਰੀਕੇ ਦਾ ਨੈਕਸਸ ਹੈਗਾ। ਔਰ ਉਸ ਤੋਂ ਪਹਿਲੇ ਇਹ ਵੀ ਯਾਦ ਕਰਨ ਯੋਗ ਹੈ, ਜ਼ਿਕਰ ਕਰਨ ਵਾਲੀ ਗੱਲ ਹੈਗੀ ਹੈ ਕਿ 3-4 ਮਹੀਨੇ ਪਹਿਲੇ ਏਦਾਂ ਦੇ ਹੀ ਇੱਕ ਕੇਸ ਦੇ ਵਿੱਚ ਜਦ ਪੁੱਛਿਆ ਗਿਆ ਸੀ ਹੋਮ ਡਿਪਾਰਟਮੈਂਟ ਨੂੰ ਕਿ ਕਿੰਨੇ ਕੁ ਪੁਲਿਸ ਆਫਿਸਰ ਜਾਂ ਫਿਰ ਅਫਸਰ ਕਹੀਏ ਜਾਂ ਪੁਲਿਸ ਮੁਲਾਜ਼ਮ ਕਹੀਏ ਉਹ ਟੈਂਟਡ ਹੈਗੇ ਨੇ, ਖਾਸ ਕਰਕੇ ਡਰੱਗ ਦੇ ਕਾਰੋਬਾਰੀਆਂ ਦੇ ਵਿੱਚ, ਉਹ ਲਿਸਟ ਦੇ ਨਹੀਂ ਪਾਏ ਸੀ। ਔਰ ਹੋਮ ਸੈਕਟਰੀ ਨੇ ਆਪ ਇਹ ਗੱਲ ਕਹੀ ਸੀ ਵੀ ਸਾਡੇ ਕੋਲ ਏਦਾਂ ਦੀ ਕੋਈ ਲਿਸਟ ਨਹੀਂ ਹੈ,
ਕਿਉਂਕਿ ਜ਼ਿਆਦਾਤਰ ਇਸ ਤਰ੍ਹਾਂ ਦੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਨੈਕਸਸ ਹੁੰਦੀ ਹੈ ਤੇ ਉਸ ਜ਼ਿਲ੍ਹੇ ਦਾ ਮੁਖੀ ਆਪਣੇ ਮੁਲਾਜ਼ਮਾਂ ਨੂੰ, ਆਪਣੇ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਉਸ ਮੁੱਦੇ ਦੇ ਉੱਤੇ ਕੱਲ ਦੀ ਡੇਟ ਇਸ ਤੇ ਗੱਲ ਨਹੀਂ ਹੋਈ, ਪਰ ਹਾਂ ਸਰਕਾਰ ਨੇ ਇਸ ਐਫੀਡੇਵਿਟ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਜਿੰਨੇ ਵੀ ਪੁਲਿਸ ਮੁਲਾਜ਼ਮ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੈਗੇ ਨੇ, ਉਹਨਾਂ ਦੀ 1 ਮਹੀਨੇ ਦੇ ਅੰਦਰ ਅੰਦਰ ਇਨਵੈਸਟੀਗੇਸ਼ਨ ਕਰਕੇ ਉਹਨਾਂ ਦਾ ਨਾਮ ਉਜਾਗਰ ਕੀਤਾ ਜਾਏਗਾ। ਹੁਣ ਮਈ 31 ਨੂੰ ਇਸ ਮੁੱਦੇ ਤੇ ਅਗਲੀ ਡੇਟ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਵੀ ਇੱਕ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਕਿ ਉਹ ਟ੍ਰਿਬਿਊਨ ਦੇ ਜਿਹੜੇ ਐਡੀਟਰ ਇਨ ਚੀਫ ਹੈਗੇ ਨੇ ਰਾਜੇਸ਼ ਰਾਮਾਚੰਦਰਨ, ਉਹਨਾਂ ਨੇ ਇੱਕ ਐਡੀਟੋਰੀਅਲ ਲਿਖਿਆ ਸੀ। ਉਸ ਐਡੀਟੋਰੀਅਲ ਦੇ ਵਿੱਚ ਬਹੁਤ ਸਾਰੀ ਗੱਲਾਂ ਦਾ ਜ਼ਿਕਰ ਸੀਗਾ ਜਿਹਦੇ ਰਾਹੀਂ ਭਾਵੇਂ ਕਾਂਗਰਸ ਦੀ ਸਰਕਾਰ ਹੋਏ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਏ, ਚਰਨਜੀਤ ਸਿੰਘ ਚੰਨੀ ਉਹਨਾਂ ਦੀ ਸਰਕਾਰ ਹੋਏ, ਔਰ ਹੁਣ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਇਹਨਾਂ ਡਰੱਗ ਦੇ ਮੁੱਦੇ ਦੇ ਉੱਤੇ ਕੀਤੀ ਜਾਣੀ ਚਾਹੀਦੀ ਸੀ, ਉਹ ਕਿਸੇ ਵੀ ਜਗ੍ਹਾ ਨਹੀਂ ਹੋਈ। ਹੁਣ ਲੱਗਦਾ ਸਰਕਾਰ ਨੇ, ਜਿੱਦਾਂ ਕਹਿੰਦੇ ਨੇ ਕਿ ਦੇ ਹੈਵ ਪੁਲਡ देयर ਸੌਕਸ, ਪੂਰੀ ਤਿਆਰੀ ਕਰ ਲਈ ਹੈ ਕਿ ਅੱਗੇ ਚੱਲ ਕੇ ਇਸ ਡਰੱਗ ਦੇ ਰਿਲੇਟਡ ਕੇਸ ਨੂੰ ਲੌਜੀਕਲ ਕਨਕਲੂਜਨ ਤੇ ਪਹੁੰਚਾਉਣ ਵਾਸਤੇ ਉਹ ਤਿਆਰ ਨੇ। ਔਰ ਜਿੱਥੇ ਤੱਕ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਬੇਲ ਦੀ ਗੱਲ ਹੈਗੀ ਹੈ ਜਿਹੜੀ ਹਾਈ ਕੋਰਟ ਤੋਂ ਮਿਲੀ ਸੀਗੀ, ਉਹਨੂੰ ਵੀ ਚੈਲੰਜ ਸੁਪਰੀਮ ਕੋਰਟ ਦੇ ਵਿੱਚ ਕੀਤਾ ਗਿਆ। ਆਉਣ ਵਾਲੇ ਟਾਈਮ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਹੀ ਉਸ ਮੁੱਦੇ ਦੇ ਉੱਤੇ ਵੀ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਣ ਵਾਲੀ ਹੈ। ਤੁਰੰਤ ਹੋਣ ਵਾਲੀ ਹੈ ਸੁਣਵਾਈ। ਪਰ ਸਵਾਲ ਇਹ ਹੈ ਕਿ ਜਦੋਂ ਸਰਕਾਰ ਇਹ ਕਹਿੰਦੀ ਹੈ ਕਿ ਇਸ ਵੱਡੇ ਅਕਾਲੀ ਆਗੂ ਦੇ ਖਿਲਾਫ FIR ਦਰਜ ਹੋ ਚੁੱਕੀ ਆ, ਇਹ ਸਿਰਫ ਜਾਣਕਾਰੀ ਮਾਤਰ ਉੱਥੇ ਦਿੰਦੀ ਹੈ ਕਿਉਂਕਿ ਡਰੱਗ ਰਿਪੋਰਟਸ ਦੇ ਸੰਦਰਭ ਵਿੱਚ ਹੀ ਸੁਣਵਾਈ ਸੀਗੀ ਤੇ ਇਹਦੇ ਵਿੱਚ ਉਹ FIR ਜਿਹੜੀ ਸਿਧਾਰਥ ਚੱਟੋਪਾਧਿਆਏ ਨੇ ਕੀਤੀ ਸੀ ਬਤੌਰ DGP ਚੰਨੀ ਦੀ ਸਰਕਾਰ ਵੇਲੇ, ਉਹਦਾ ਹਵਾਲਾ ਤੇ ਦੇ ਦਿੰਦੀ ਹੈ। ਪਰ ਇਸ ਗੱਲ ਤੋਂ ਅਜੇ ਤੱਕ ਕੋਈ ਸਵਾਲ ਨਹੀਂ ਉੱਠਿਆ, ਚੱਕਿਆ ਗਿਆ ਪਰਦਾ ਕਿ ਕੀ ਇਹਦੇ ਸੰਬੰਧੀ ਇਨਵੈਸਟੀਗੇਸ਼ਨ ਮੁਕੰਮਲ ਹੋ ਗਈ ਸੀ? ਕਿਉਂਕਿ ਹਾਈ ਕੋਰਟ ਨੇ ਜਦੋਂ ਜ਼ਮਾਨਤ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਤੇ ਉਹਨਾਂ ਸਾਫ਼ ਲਿਖਿਆ ਹੋਇਆ ਉਹਦੇ ਵਿੱਚ ਕਿ ਇਹਦੇ ਵਿੱਚ ਮੁੱਢਲੇ ਤੌਰ ਤੇ ਕੁਝ ਵੀ ਐਸਾ ਨਹੀਂ ਲੱਗ ਰਿਹਾ ਜਿਹੜਾ ਸਰਕਾਰ ਨੇ ਇਨਵੈਸਟੀਗੇਟ, ਜੇ ਮੈਂ ਗਲਤ ਨਹੀਂ ਤਾਂ ਜੇ ਮੈਨੂੰ ਲੱਗਦਾ ਇਹਦੇ ਵਿੱਚ ਥੋੜਾ ਜਿਹਾ ਸ਼ਬਦਾਂ ਦਾ ਹੇਰ-ਫੇਰ ਤੇ ਹੋ ਸਕਦਾ, ਸਰਕਾਰ ਇਨਵੈਸਟੀਗੇਸ਼ਨ ਦੇ ਰੂਪ ਵਿੱਚ ਕੁਝ ਕਰ ਸਕੀ ਇਹ ਸ਼ੱਕ ਦੇ ਦਾਇਰਿਆਂ 'ਚ ਆ। ਕਿਉਂਕਿ ਕਦੇ ਵੀ ਹਿਰਾਸਤੀ ਪੁੱਛਗਿੱਛ ਨਹੀਂ ਹੋਈ, ਕਦੇ ਰਿਮਾਂਡ ਨਹੀਂ ਲਿਆ ਗਿਆ, ਕਦੇ ਕੋਈ ਇਹਦੇ ਸੰਬੰਧੀ ਕਦੇ ਤੱਥ ਇਕੱਠੇ ਕਰਨ ਲਈ ਐਫਰਟਸ ਲੱਗੇ ਹੋਣ, ਕਦੇ ਜ਼ਮੀਨ ਤੇ ਨਜ਼ਰ ਨਹੀਂ ਆਏ ਕਿ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਬਿਊਰਾ ਦਿੱਤਾ ਜਾਊਗਾ ਕਿ ਇਹ ਕਦੇ ਜਨਤਕ ਹੋਣਗੀਆਂ ਗੱਲਾਂ ਕਿ ਜੇ ਕੁਝ ਵੀ ਨਹੀਂ ਇਸ ਕੇਸ ਦੇ ਵਿੱਚ ਤਾਂ ਫਿਰ ਤੁਸੀਂ ਇਹਨੂੰ ਸਿਆਸੀ ਬਦਲਾਖੋਰੀ ਦੇ ਰੂਪ 'ਚ ਚਲਾ ਰਹੇ ਹੋ, ਸਾਰੀਆਂ ਸਰਕਾਰਾਂ ਚਲਾ ਰਹੀਆਂ ਸੀ, ਤੇ ਜੇ ਕੁਝ ਹੈ ਵਾ ਤੇ ਫਿਰ ਇਹਦੇ ਵਿੱਚੋਂ ਇਹੀ ਮੰਨਿਆ ਜਾਊਗਾ ਕਿ ਵੱਡੇ ਲੋਕ ਸਾਫ਼ ਬਚ ਕੇ ਨਿਕਲ ਜਾਂਦੇ ਆ। ਸੋ ਇੰਦਰਪ੍ਰੀਤ ਜੀ, ਇਹ ਗੱਲ ਨੂੰ ਅੱਗੇ ਥੋੜੀ ਜਿਹੀ ਵਧਾ ਦਿਓ, ਨਾਲ ਚੱਟੋਪਾਧਿਆਏ ਸਾਹਿਬ ਵਾਲਾ ਜਿਹੜਾ ਮਾਮਲਾ ਹੈ ਉਹਨੂੰ ਵੀ ਇੱਕ ਵਾਰੀ ਟੱਚ ਕਰ ਦਿਓ। ਉੱਥੇ ਵੀ ਪੁਲਿਸ ਨੇ ਕਿਹਾ ਕਿ ਬਹੁਤੀ ਸਪੋਰਟ ਨਹੀਂ ਹੋ ਰਹੀ। ਭਾਸਕਰ ਸਾਹਿਬ, ਆਪਾਂ ਇੰਦਰਪ੍ਰੀਤ ਜੀ ਤੋਂ ਬਾਅਦ ਤੁਹਾਡੇ ਨਾਲ ਇਸ ਵਿਸ਼ੇ ਤੇ ਤੁਸੀਂ ਆ ਜਾਓ ਨਾਲ। ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਬਿਕਰਮ ਮਜੀਠੀਆ ਦੇ ਖਿਲਾਫ ਪਰਚਾ ਕੀਤਾ ਗਿਆ ਚਰਨਜੀਤ ਚੰਨੀ ਦੀ ਸਰਕਾਰ ਨੇ, ਉਹ ਏਦਾਂ ਲੱਗ ਰਿਹਾ, ਔਰ ਜਿਸ ਤਰ੍ਹਾਂ ਉਸ ਤੋਂ ਕੋਈ ਉਹਨੂੰ ਕਦੀ ਬਿਲਕੁਲ ਰਿਮਾਂਡ ਤੇ ਨਹੀਂ ਲਿਖਿਆ, ਕੋਈ ਪੁੱਛਤਾਛ ਹੀ ਨਹੀਂ ਹੋਈ, ਤਾਂ ਉਸ ਤੋਂ ਜ਼ਰੂਰ ਇਹ ਲੱਗਦਾ ਹੈ ਕਿ ਇਹ ਸਿਰਫ ਇੱਕ ਜਿਹੜੀ ਇਲੈਕਸ਼ਨ, ਕਿਉਂਕਿ ਉਦੋਂ ਸੀਗੇ ਤੇ ਕਾਂਗਰਸ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਗੱਲ ਦੀ ਡਿਮਾਂਡ ਉੱਠੀ ਹੋਈ ਸੀ। ਈਵਨ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਦਬਾਅ ਬਣਾ ਰਹੇ ਸੀ ਵੀ ਅਸੀਂ ਡਰੱਗਸ ਦੇ ਖਿਲਾਫ ਜਿਹੜੀ ਕਾਰਵਾਈ, ਸਾਡੀ ਹਜੇ ਕੋਈ ਵੱਡੀ ਕਾਰਵਾਈ ਨਹੀਂ ਹੋਈ, ਕੋਈ ਵੱਡਾ ਮਗਰਮੱਛ ਅਸੀਂ ਨਹੀਂ ਪਕੜਿਆ, ਸਿਰਫ ਜਿਹੜੇ ਛੋਟੇ ਛੋਟੇ ਪੈਡਲਰਸ ਨੇ ਉਹਨਾਂ ਨੂੰ ਹੀ ਅੰਦਰ ਦੇਈ ਜਾ ਰਹੇ ਹਾਂ। ਇਸ ਗੱਲ ਦਾ ਦਬਾਅ ਸੀ ਕਿ ਸਾਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਜੇ ਅਗਰ ਅਸੀਂ ਇਲੈਕਸ਼ਨਾਂ ਦੇ ਵਿੱਚ ਜਾਣਾ ਤੇ ਕਹਿਣਾ ਵੀ ਹਾਂ ਅਸੀਂ ਡਰੱਗਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕਿਉਂਕਿ ਦੇਖੋ, ਪਰਚਾ ਤਾਂ ਜ਼ਰੂਰ ਕਰ ਲਿਆ ਗਿਆ। ਉਹ ਜਿਹੜੀ ADGP ਹਰਪ੍ਰੀਤ ਸਿੱਧੂ ਹੈਗੇ ਆ, ਉਹਨਾਂ ਦੀ ਇੱਕ ਰਿਪੋਰਟ ਸੀ ਜਿਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਵੀ ਇਸ ਮਾਮਲੇ 'ਚ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ, ਬਸ ਇੰਨੀ ਕੀ ਲਿਖੀ ਸੀ, ਅੱਗੇ ਕੁਝ ਨਹੀਂ ਹੈ। ਔਰ 5 ਸਾਲ ਤੱਕ ਉਹ ਰਿਪੋਰਟਾਂ ਮਤਲਬ ਕੋਰਟਾਂ 'ਚ ਇੰਦਰਪ੍ਰੀਤ ਜੀ, ਇਹੀ ਗੱਲ ED ਦੇ ਨਿਰੰਜਨ ਸਿੰਘ ਦੀ ਰਿਪੋਰਟ ਦੇ ਵਿੱਚ ਵੀ ਜੀ, ਉਹੀ ਮੈਂ ਕਹਿ ਰਿਹਾ ਕਿ ਜਦੋਂ ਤਾਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਆ ਵੀ ਹਾਂ ਇਹ ਦੋਸ਼ੀ ਹੈਗਾ ਜਾਂ ਮੈਨੂੰ ਸੰਦਿਗਧ ਹੈ ਇਹ ਬੰਦਾ, ਤਾਂ ਉਹਨੂੰ ਫਿਰ ਆਪਾਂ ਰਿਮਾਂਡ ਤੇ ਵੀ ਤਾਂ ਲੈਂਦੇ ਆ ਕਿ ਵੀ ਹਾਂ ਇਹ ਤੇ ਪਰਚਾ ਕਰ ਲਿਆ ਤੇ ਹੁਣ ਰਿਮਾਂਡ ਤੇ ਲੈ ਲਿਆ, ਪੁਲਿਸ ਰਿਮਾਂਡ ਤੇ ਇਸ ਤੋਂ ਪੁੱਛਤਾਛ ਕੀਤੀ ਜਾਏ ਸਾਰੀ। ਉਹ ਤਾਂ ਕੁਝ ਹੋਈ ਨਹੀਂ। ਉਹ 6-8 ਮਹੀਨੇ ਜੋ ਵੀ ਜੇਲ੍ਹ 'ਚ ਰਹੇ ਹੈ, ਉਹ ਨਿਆਇਕ ਹਿਰਾਸਤ 'ਚ ਹੀ ਰਹੇ ਹੈ, ਉਹ ਕਦੀ ਮਤਲਬ ਉਹਨੂੰ ਬੁਲਾਇਆ ਨਹੀਂ ਗਿਆ ਕਿਸੇ ਉਸ ਵਿੱਚ। ਸੋ ਇਸ ਕਰਕੇ ਬੜੀ ਪਰਦੇਦਾਰੀਆਂ ਨੇ ਹਜੇ ਵੀ ਜਿਨ੍ਹਾਂ ਦਾ ਸਾਹਮਣੇ ਆਣਾ ਜ਼ਰੂਰੀ ਹੈ। ਕਿਉਂਕਿ ਕੱਲ ਜਿਹੜਾ ਇੱਕ ਮਤਲਬ ਪੂਰੀ ਰਿਪੋਰਟ ਪੇਸ਼ ਕੀਤੀ ਗਈ ਹੈ ਹੁਣ ਤੱਕ ਦੀ ਸਾਰੀ ਕਾਰਵਾਈ ਦੇ ਉੱਤੇ,
ਉਹ 78 ਪੇਜ ਦੀ ਹੈ, ਜਿਹੜੀ ਕੱਲ ਹਾਈ ਕੋਰਟ ਦੇ ਵਿੱਚ ਨਸ਼ਰ ਕੀਤੀ ਹੈ। ਸਾਰੇ ਪਿਛਲੇ ਜਿੰਨੇ ਇਸ ਕੇਸ ਨਾਲ ਸੰਬੰਧਿਤ ਡਾਕੂਮੈਂਟਸ ਨੇ, ਰਿਪੋਰਟਸ ਨੇ ਜਾਂ ਕਾਰਵਾਈਆਂ ਕੀਤੀਆਂ ਗਈਆਂ, ਉਹਦਾ ਪੂਰਾ ਹਵਾਲਾ ਹੈ, ਜਿਹਦੇ ਵਿੱਚ ਇੱਕ ਇਹ ਵੀ ਆਇਆ ਕਿ ਸਿਧਾਰਥ ਚੱਟੋਪਾਧਿਆਏ ਸਾਹਿਬ ਨੂੰ ਵੀ ਜਿਹੜਾ ਹੈਗਾ ਉਹ ਕੁਐਸਚਨਰ ਭੇਜਿਆ ਗਿਆ ਸੀ ਇਸ ਜਾਂਚ ਵਿੱਚ। ਤਾਂ ਜਿਹੜੀ ਫਿਰ ਲੇਕਿਨ ਜਦੋਂ ਬਾਅਦ ਚ ਉਹਨਾਂ ਨੇ ਜਾਂਚ ਕੀਤੀ ਤਾਂ ਉਹਨਾਂ ਨੇ ਉਦੋਂ ਦੇ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਨੂੰ ਵੀ ਇੰਪਲੀਕੇਟ ਕਰ ਲਿਆ। ਹਾਲਾਂਕਿ ਉਹਦੇ ਚ ਉਸ ਰਿਪੋਰਟ ਜਿਹੜੀ ਚੌਥੀ ਹਜੇ ਸੀਲ ਬੰਦ ਹੈ, ਉਹਦੇ ਚ ਅਜੇ ਤੱਕ ਕਿਸੇ ਹੋਰ SIT ਦੇ ਮੈਂਬਰ ਨੇ ਸਾਈਨ ਨਹੀਂ ਕੀਤੇ ਹੋਏ, ਇਕੱਲੇ ਉਹਦੇ ਨੇ। ਤੇ ਕੱਲ ਕਹਿੰਦੇ ਆ ਕਿ ਜਦੋਂ ਬਾਹਰ ਆ ਕੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੋਰਟ ਨੂੰ ਕਿਹਾ ਹੈ ਕਿ ਹਾਂ ਉਹ ਮੈਂ ਹੀ ਜਾਂਚ ਕੀਤੀ ਹੈ ਔਰ ਮੇਰੇ ਹੀ ਸਾਈਨ ਨੇ, ਜੋ ਮਤਲਬ ਉਹਨਾਂ ਨੇ ਆਪਣੀ ਗੱਲ ਰੱਖੀ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਾਹਰ ਕਿ ਮੈਨੂੰ ਕੋਈ ਸੰਮਨ ਅਜੇ ਤੱਕ ਨਹੀਂ ਪਹੁੰਚਿਆ, ਜਿਵੇਂ ਕਿ ਪਹਿਲਾਂ ਗੱਲ ਚੱਲ ਰਹੀ ਸੀ ਕਿ ਜਿਹੜੀ ਸੁਰੇਸ਼ ਅਰੋੜਾ ਨੇ ਮਤਲਬ ਅਪੀਲ ਕੀਤੀ ਹੈ ਉਹਦੇ ਤੇ ਚੱਟੋਪਾਧਿਆਏ ਸਾਹਿਬ ਨੂੰ ਵੀ ਸੰਮਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਮੇਰਾ ਐਡਰੈਸ ਚੇਂਜ ਹੋ ਗਿਆ, ਹੋ ਸਕਦਾ ਕਿ ਉਹਨਾਂ ਨੇ ਪੁਰਾਣੇ ਐਡਰੈਸ ਤੇ ਭੇਜਿਆ ਹੋਇਆ ਹੋਵੇ, ਤੇ ਮੈਂ ਕਿਉਂਕਿ ਅਖਬਾਰਾਂ ਦੇ ਵਿੱਚ ਤੇ TV ਦੇ ਵਿੱਚ ਹੀ ਦੇਖਿਆ ਸੀਗਾ ਤੇ ਮੈਨੂੰ ਪਤਾ ਸੀ ਕਿ ਅੱਜ ਦੀ ਡੇਟ ਹੈ, ਤੇ ਮੈਂ ਆਪਣੇ ਤੌਰ ਤੇ ਪੇਸ਼ ਹੋਇਆ। ਮੈਂ ਇਸ 'ਚ ਪੂਰਾ ਮਤਲਬ ਕੋਆਪਰੇਟ ਕਰ ਰਿਹਾ ਤੇ ਮੈਂ ਬਹੁਤ ਸਾਰੇ ਡਾਕੂਮੈਂਟਸ ਜਿਹੜੇ ਹੈਗੇ ਆ ਆਪਣੇ ਕੇਸ ਨਾਲ ਸੰਬੰਧਿਤ ਉਹ ਗਵਰਨਮੈਂਟ ਤੋਂ ਮੰਗੇ ਹੋਏ ਆ। ਜਦੋਂ ਮੈਨੂੰ ਉਹ ਡਾਕੂਮੈਂਟਸ ਮਿਲ ਜਾਣਗੇ ਤਾਂ ਫਿਰ ਮੈਂ ਆਪਣਾ ਮਤਲਬ ਪੂਰਾ ਜਵਾਬ ਤਿਆਰ ਕਰਕੇ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਦਊਂਗਾ। ਇਹ ਸਾਰੇ ਤੋਂ ਵੀ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀਗਾ ਜਿਵੇਂ ਕਿ ਸੁਰੇਸ਼ ਅਰੋੜਾ ਸਾਹਿਬ ਦਾ ਜਿਹੜੇ ਸਾਬਕਾ DGP ਨੇ ਉਹਨਾਂ ਦੀ ਯਾਚਿਕਾ ਸੀਗੀ ਕਿ ਇਹ ਜਿਹੜੀ ਇੱਕ DGP ਬਣਨ ਦੀ ਇੱਕ ਖਿੱਚ ਧੂ ਹੁੰਦੀ ਹੈ, ਇਹ ਉਸ ਨਾਲ ਸੰਬੰਧਿਤ ਕੇਸ ਨੇ ਜਾਣਬੁੱਝ ਕੇ ਇੰਪਲੀਕੇਟ ਕੀਤਾ ਜਾ ਰਿਹਾ ਹੈ। ਸੋ ਜਦੋਂ ਹੁਣ ਦਿਨਕਰ ਆਪਣਾ ਸਿਧਾਰਥ ਚੱਟੋਪਾਧਿਆਏ ਆਪਣਾ ਪੂਰਾ ਫੁੱਲ ਜਵਾਬ ਦੇਣਗੇ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਵੀ ਕਈ ਚੀਜ਼ਾਂ ਨਸ਼ਰ ਹੋਣਗੀਆਂ। ਸ਼ਰੀਕੇਬਾਜ਼ੀ ਖਹਿਬਾਜ਼ੀ ਧਰ ਰਹੀ, DGP ਬਣਨ ਵੇਲੇ ਜਾਂਦੇ ਪੈਨਲ ਹੁੰਦੀਆਂ, ਨਿਯੁਕਤੀਆਂ ਸਰਕਾਰਾਂ ਦੇ ਨੇੜੇ, ਕੌਣ ਹੱਕ ਕਿਹਦਾ ਬਣਦਾ, ਲੈ ਗਿਆ ਕੌਣ, ਇਹ ਮਾਰਾਮਾਰੀ ਤਾਂ ਪਈ ਰਹਿੰਦੀ ਹੈ। ਤੇ ਜੇ ਇਹਦੇ ਵਿੱਚ ਜੇ ਕੋਈ ਤੱਥ ਉਜਾਗਰ ਹੋ ਰਹੇ ਨੇ, ਉਹਨਾਂ ਦੀ ਤਸਦੀਕ ਕਿਹਨੇ ਕਰਨੀ ਆ, ਉਹ ਕਰ ਲੈਣੀ ਚਾਹੀਦੀ ਹੈ। ਬਹੁਤੀ ਵਾਰੀ ਜਦੋਂ ਰਲ ਕੇ ਖੇਡਿਆ ਜਾਂਦਾ ਫਿਰ ਕਦੇ ਕੁਝ ਭੇਤ ਉਜਾਗਰ ਨਹੀਂ ਹੁੰਦੇ। ਮੈਨੂੰ ਮਰਹੂਮ ਬਾਦਲ ਸਾਹਿਬ ਦੀਆਂ ਉਹ ਸਤਰਾਂ ਵਧੀਆ ਲੱਗਦੀਆਂ ਜਦੋਂ ਕਹਿੰਦੇ ਆਪਣੇ ਸਿਆਸਤਦਾਨ ਨੂੰ ਵੀ ਤੁਸੀਂ ਤਾਂ ਵਿਧਾਨ ਸਭਾ 'ਚ ਕਹਿੰਦੇ ਸੀ ਵੀ ਵੇਖ ਲਓ ਤੁਸੀਂ ਤਾਂ ਲੜਦੇ ਰਹਿੰਦੇ ਹੋ, ਇਹ ਅਫਸਰ ਨੇ ਕਦੇ ਇਹ ਇਹਨਾਂ ਦੇ ਖਿਲਾਫ ਕੋਈ ਇੱਕ ਗੱਲ ਕਰਕੇ ਦੇਖ ਲਓ ਸਾਰੇ ਇਕੱਠੇ ਹੋ ਜਾਂਦੇ ਆ। ਸੋ ਕਦੇ ਕਦੇ ਜਦੋਂ ਇਹ ਇਕੱਠੇ ਹੋਣ ਤੋਂ ਬਾਹਰ ਹੋਣ ਲੜ ਪੈਣ ਫਿਰ ਭੇਤ ਵੀ ਖੁੱਲਦੇ ਆ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀਗੇ ਉਸ ਵੇਲੇ। ਜੀ ਬਿਲਕੁਲ, ਕੱਲ ਜਿਹੜੀ ਹਾਈ ਕੋਰਟ ਦੇ ਵਿੱਚ ਹੀਅਰਿੰਗ ਹੋਈ ਸੀ, ਇਹਨਾਂ ਸਾਰੀ ਗੱਲਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗਿਆ ਕੋਈ ਨਵੀਂ ਗੱਲ ਤੇ ਇਹਦੇ ਵਿੱਚ ਲਿਖੀ ਨਹੀਂ। ਹੁਣ ਇਹ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਕੇ ADGP RK ਜੈਸਵਾਲ ਹੁਣ ਇਹ ਗੱਲ ਕਹਿੰਦੇ ਨੇ ਕਿ ਇਹ ਇਨਕੁਆਇਰੀ ਨੂੰ ਹੈਡ ਕਰਨਗੇ, ਔਰ ਉਸ ਤੋਂ ਇਲਾਵਾ ਜਿੰਨੇ ਵੀ ਪੁਲਿਸ ਆਫੀਸਰ ਇਸ ਦੇ ਵਿੱਚ ਇਨਵੋਲਵ ਹੈਗੇ ਨੇ, ਡਰੱਗ ਪੈਡਲਿੰਗ ਦੇ ਨਾਲ ਕਿਸੇ ਤਰੀਕੇ ਨਾਲ ਨੈਕਸਸ ਹੈਗਾ, ਉਹਨੂੰ ਮਈ 31 ਤੱਕ ਜਾਂ 1 ਮਹੀਨੇ ਤੱਕ ਅਸੀਂ ਕੰਪਲੀਟ ਕਰ ਲਾਂਗੇ। ਉਹ 3 ਨਾਂ ਸੱਤਾ ਪਿੰਡੀ ਲਾਡੀ, ਇਹ ਤੇ ਮੇਰੇ ਖਿਆਲ ਨਾਲ 2012-13 ਤੋਂ ਲਗਾਤਾਰ ਸੁਰਖੀਆਂ 'ਚ ਆ ਰਹੇ ਨੇ। ਔਰ ਉਸ ਤੋਂ ਬਾਅਦ ਜਿਹੜੇ ਕੁਝ ਨਾਂ ਦਿੱਤੇ ਗਏ ਨੇ ਜਿਨ੍ਹਾਂ ਨੂੰ ਕਥਿਤ ਤੌਰ ਤੇ ਐਕਸਟ੍ਰੈਡੀਸ਼ਨ ਪ੍ਰੋਸੈਸ ਉਹਨਾਂ ਦਾ ਸ਼ੁਰੂ ਕਰਤਾ। ਇਹਨਾਂ ਨਾਵਾਂ ਦੇ ਇਲਾਵਾ ਹੋਰ ਨਵਾਂ ਕੀ ਹੈ? 2012-13 ਤੋਂ ਇਹ ED ਦੇ ਕੋਲ ਪਹਿਲੇ ਕੇਸ ਸੀਗਾ, ਔਰ ਅਸੀਂ ਜਿਸ ਤਰ੍ਹਾਂ ਨਿਰੰਜਨ ਸਿੰਘ ਉਹਨਾਂ ਨਾਲ ਵੀ ਕਈ ਵਾਰ ਗੱਲ ਹੋਈ ਹੈ, ਉਹਨਾਂ ਦੇ ਵੀ ਮੁਤਾਬਿਕ ਇਹ ਸੀਗਾ ਕਿ ਇੱਕ ਵਾਰ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਬੁਲਾਇਆ ਸੀਗਾ ਇਨਵੈਸਟੀਗੇਸ਼ਨ ਵਾਸਤੇ, ਪੁੱਛਗਿੱਛ ਵਾਸਤੇ। ਤੇ ਉਸ ਵਕਤ ਉਹਨਾਂ ਦੇ ਹੀ ਇੱਕ ਵੱਡੇ ਅਫਸਰ ਨੇ ਉਸ ਪੁੱਛਗਿੱਛ ਦੇ ਵਿੱਚ ਖਲਲ ਪਾਇਆ ਸੀ, ਬਾਅਦ ਚੋਂ ਸੰਮਨ ਦੇਣ ਦੀ ਗੱਲ ਕਰੀ ਸੀ, ਔਰ ਅੱਜ ਤੱਕ ਦੁਬਾਰਾ ਵਿਕਰਮ ਸਿੰਘ ਮਜੀਠੀਆ ਹੋਣਾ ED ਦੇ ਸਾਹਮਣੇ ਕਦੀ ਪੇਸ਼ ਨਹੀਂ ਹੋਏ। ਔਰ ਕੁਝ ਬੰਦ ਲਿਫਾਫਿਆਂ ਦੇ ਵਿੱਚ ED ਦੀ ਵੀ ਉਹ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਪਈਆਂ ਹੋਈਆਂ, ਜਿਨ੍ਹਾਂ ਬੰਦ ਲਿਫਾਫਿਆਂ ਦਾ ਜ਼ਿਕਰ ਜਦ ਇਹ 4 ਬੰਦ ਲਿਫਾਫਿਆਂ ਦਾ ਜ਼ਿਕਰ ਹੋਇਆ ਸੀ ਉਹ ਨਹੀਂ ਹੋਇਆ। ਉਹ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ? ED ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹ ਕਿੱਥੇ ਤੱਕ ਪਹੁੰਚੀ? ਉਸ ਤੋਂ ਪਹਿਲੇ ਰਾਜਾ ਕੰਦੋਲਾ ਕੇਸ ਦੇ ਵਿੱਚ, ਜਗਦੀਸ਼ ਭੋਲਾ ਦੇ ਕੇਸ ਦੇ ਵਿੱਚ ਕੀ ਗੱਲਾਂ ਨਿਕਲੀਆਂ? ਕਿਉਂਕਿ ਜਗਦੀਸ਼ ਸਿੰਘ ਭੋਲਾ ਦੇ ਕੇਸ ਦੇ ਵਿੱਚ ਜਦ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਨਾਂ ਲਿਆ ਸੀ, ਬਾਅਦ ਚੋਂ ਇੱਕ ਗੱਲ ਤੁਰੀ ਸੀ ਕਿ ਜਿਹੜਾ ਵਿਅਕਤੀ ਆਲਰੇਡੀ ਕਨਵਿਕਟਡ ਹੈ, ਕਨਵਿਕਸ਼ਨ ਤੋਂ ਬਾਅਦ ਅਗਰ ਉਹ ਕਿਸੇ ਦਾ ਨਾਂ ਲੈਂਦਾ ਹੈ ਤਾਂ ਉਹ ਕੋਈ ਬਹੁਤੀ ਤਵੱਜੋ ਨਹੀਂ ਰੱਖਦਾ। ਇਹਨਾਂ ਸਾਰੀ ਗੱਲਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਵੀ ਕੋਈ ਬਹੁਤੀ ਗੱਲ ਨਹੀਂ ਹੋਈ। ਔਰ ਇਨਵੈਸਟੀਗੇਸ਼ਨ ਜਦ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ 20 ਦਸੰਬਰ 2022 ਨੂੰ ਜਦ FIR ਦਰਜ ਕੀਤੀ ਸੀ ਸਿਧਾਰਥ ਚੱਟੋਪਾਧਿਆਏ ਉਹਨਾਂ ਦੀ ਕੰਪਲੇਂਟ ਦੇ ਉੱਤੇ, ਉਸ ਤੋਂ ਬਾਅਦ SIT ਦੇ ਸਾਹਮਣੇ ਕਈ ਵਾਰ ਵਿਕਰਮ ਸਿੰਘ ਮਜੀਠੀਆ ਉਹਨਾਂ ਪੇਸ਼ ਹੋਏ, ਔਰ ਇਹ ਵੀ ਖਬਰ ਨਸ਼ਰ ਹੋਈ ਕਿ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਜਿਸ ਇਨਵੈਸਟੀਗੇਸ਼ਨ ਦੀ ਗੱਲ ਉਸ ਟ੍ਰਿਬਿਊਨ ਦੀ ਰਿਪੋਰਟ ਦੇ ਵਿੱਚ ਜਾਂ ਟ੍ਰਿਬਿਊਨ ਦੇ
ਜਿਹੜੇ ਐਡੀਟਰ ਇਨ ਚੀਫ ਲਿਖ ਰਹੇ ਨੇ ਉਹ ਵੀ ਐਸੀ ਤਰਫ ਇੰਡੀਕੇਟ ਕਰ ਰਹੇ ਨੇ ਕਿ ਇਨਵੈਸਟੀਗੇਸ਼ਨ ਹੋਈ ਕਿੱਥੇ। ਹੁਣ ਅੱਜ ਅਸੀਂ ਹਾਈ ਕੋਰਟ ਦੇ ਵਿੱਚ ਇਹ ਗੱਲਾਂ ਕਰ ਰਹੇ ਹਾਂ ਕਿ ਜੀ ਅਸੀਂ ਬੜੀ ਵਧੀਆ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਆ ਬੰਦੇ ਆਇਡੈਂਟੀਫਾਈ ਕਰਕੇ ਫਲਾਣੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਔਰ ਇਹ 8-9-10 ਬੰਦੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਇੰਡੀਆ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਡਰੱਗ ਪੈਡਲਰਸ, ਪੋਲੀਟੀਸ਼ੀਅਨ, ਪੁਲਿਸ ਨੈਕਸਸ ਰਾਜਜੀਤ ਦੇ ਕੇਸ ਦੇ ਵਿੱਚ ਕਦੀ ਵੀ ਉਜਾਗਰ ਨਹੀਂ ਹੋਈ। ਲੱਗਦਾ ਹੈ ਕਿ ਇਨਵੈਸਟੀਗੇਸ਼ਨ ਅਗਰ ਵਾਕਈ ਡਰੱਗ ਪੰਜਾਬ ਤੋਂ ਖਤਮ ਕਰਨ ਵਾਸਤੇ ਕੀਤੀ ਜਾਣੀ ਚਾਹੀਦੀ ਹੈ ਤੇ ਜਦ ਤੱਕ ਤੁਸੀਂ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਨਹੀਂ ਕਰੋਗੇ ਤੇ ਕਿਸੇ ਸਿੱਟੇ ਤੇ ਕਿੱਦਾਂ ਪਹੁੰਚੋਗੇ। ਸਵਾਲ ਇਹ ਵੀ ਹੈ ਕਿ ਕੀ ਨਿਰੰਜਨ ਸਿੰਘ ਆਪਣੇ ਆਪ ਕੋਰਟ ਦੇ ਵਿੱਚ ਜਾ ਕੇ ਕੁਝ ਹੁਣ ਕਹਿਣਾ ਚਾਹਣਗੇ, ਕਿਉਂਕਿ ਉਹ ਪਾਬੰਦੀਆਂ ਤੋਂ ਮੁਕਤ ਨੇ, ਉਹਨਾਂ ਸਾਰੇ ਮਾਮਲਿਆਂ ਨੂੰ ਉਹ ਡਿਸਕਲੋਜ਼ ਕਰਨਗੇ, ਪਰਦਾ ਚੱਕਣਗੇ। ਔਰ ਹਰਪ੍ਰੀਤ ਸਿੰਘ ਸਿੱਧੂ ਇਸੇ ਤਰ੍ਹਾਂ ਜਿਹੜੇ ਅੱਜ ਕੱਲ ADGP ਨੇ ਇੰਡੋ ਤਿਬਤੀਅਨ ਬਾਰਡਰ ਪੁਲਿਸ ਫੋਰਸ ਦੇ, ਕਿ ਉਹ ਵੀ ਕਦੇ ਆਪਣੇ ਆਪ ਆ ਕੇ ਪੇਸ਼ ਹੋਣਗੇ, ਹਾਲਾਂਕਿ ਉਹਨਾਂ ਦੀਆਂ ਰਿਪੋਰਟਾਂ ਤਾਂ ਪਈਆਂ ਨੇ। ਮੈਂ ਇੰਦਰਪ੍ਰੀਤ ਜੀ ਅਗਲੀ ਖਬਰ ਤੇ ਜਾਣਾ ਹੈ। ਖਬਰ ਬੜੀ ਅਹਿਮ ਆ, ਮੈਂ ਇੰਟਰੋ ਦੇ ਵਿੱਚ ਉਹਨੂੰ ਛੱਡ ਗਿਆ ਸੀਗਾ। ਇੱਕ SS ਸਰਵਿਸ ਪ੍ਰੋਵਾਈਡਰ ਹੈ, ਕਾਫੀ ਚਰਚਿਤ ਹੈ। ਜੇ ਮੈਂ ਗਲਤ ਨਹੀਂ, ਮੈਂ ਫਿਰ ਇਨਵਰਟਡ ਕਾਮਾਸ ਦੇ ਵਿੱਚ ਇਹ ਕਹਿ ਰਿਹਾ ਕਿ ਜੇ ਇਹ ਉਹੀ SS ਸਰਵਿਸ ਪ੍ਰੋਵਾਈਡਰਸ ਨੇ ਜਿਨ੍ਹਾਂ ਦਾ ਜ਼ਿਕਰ ਬਹੁਤ ਸਾਰੀਆਂ ਨਿਯੁਕਤੀਆਂ ਦੇ ਵਿੱਚ ਆਉਂਦਾ, ਕੰਟਰੈਕਟ ਬੇਸਿਸ ਤੇ, ਠੇਕੇ ਦੇ ਆਧਾਰ ਤੇ, ਆਊਟਸੋਰਸ ਕਰਨ ਦੇ ਮਾਮਲੇ 'ਚ, ਜੇ ਉਹੀ ਨੇ ਤਾਂ ਬੜੀ ਅਹਿਮ ਖਬਰ ਆ। ਪਟਿਆਲੇ ਦੇ ਵਿੱਚ ਇੱਕ ਕਤਲ ਹੁੰਦਾ ਹੈ ਔਰ ਉਹ ਕਤਲ ਹੁੰਦਾ SS ਸਰਵਿਸ ਪ੍ਰੋਵਾਈਡਰਸ ਦੇ ਮਾਲਕ ਦਾ। ਦਿਨ ਦਿਹਾੜੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਕੱਲ ਮੈਂ ਤੁਹਾਡੇ ਧਿਆਨ 'ਚ ਦੋਸਤੋ ਲਿਆਉਣਾ ਚਾਹੂੰਗਾ ਕਿ ਜਿੰਨੀਆਂ ਲੋਕ ਸੰਪਰਕ ਦੇ ਵਿੱਚ ਜਿਹੜੀ ਪਨ ਮੀਡੀਆ, ਲੋਕ ਸੰਪਰਕ ਦਾ ਅੱਗੇ ਅਦਾਰਾ ਹੈ ਪਨ ਮੀਡੀਆ ਨਿਯੁਕਤੀਆਂ ਕਰਦਾ ਹੈ SS ਸਰਵਿਸ ਪ੍ਰੋਵਾਈਡਰ ਦੇ ਰਾਹੀਂ, ਜਿਹੜੀ ਕਿ ਪਟਿਆਲਾ ਬੇਸਡ ਹੈ। ਔਰ SS ਸਰਵਿਸ ਪ੍ਰੋਵਾਈਡਰ ਨਿਯੁਕਤੀਆਂ ਦੇ ਵਿੱਚ ਵੱਡੇ ਨਾਵਾਂ ਦੀਆਂ, ਜਿਨ੍ਹਾਂ ਦੇ ਵਿੱਚ ਇਸ ਵੇਲੇ ਅਨਿਕੇਤ ਤੋਂ ਲੈ ਕੇ ਦਿੱਲੀ ਦੀ ਸਾਰੀ ਟੀਮ, ਔਰ ਸ਼ਾਇਦ ਜੇ ਮੈਂ ਗਲਤ ਨਹੀਂ ਤੇ ਜਿਹੜੇ ਆਦਲ ਆਜਮ ਦਾ ਜ਼ਿਕਰ ਵਿਕਰਮ ਮਜੀਠੀਆ ਕਰ ਰਹੇ ਸੀਗੇ, ਜਿਹੜੇ ਬਾਅਦ ਦੇ ਵਿੱਚ ਮੁੱਖ ਮੰਤਰੀ ਨਾਲ OST ਵਜੋਂ ਲਾਏ ਗਏ ਨੇ, ਬਕਾਇਦਾ IAS ਅਫਸਰ ਦੇ ਸਾਈਨਾਂ ਥੱਲੇ ਨਵੇਂ ਸਿਰਿਓਂ ਉਹ ਨਿਯੁਕਤੀ ਹੋਈ ਆ, ਉਹ ਪਹਿਲਾਂ SS ਸਰਵਿਸ ਪ੍ਰੋਵਾਈਡਰ ਰਾਹੀਂ ਆਉਂਦੇ ਨੇ। ਔਰ ਬਹੁਤ ਸਾਰੇ, ਇਹ ਕੋਈ ਲਗਭਗ 100 ਤੋਂ ਵੱਧ ਨਿਯੁਕਤੀਆਂ ਦਾ ਜ਼ਿਕਰ ਤਾਂ ਇਹਨਾਂ ਅਦਾਰਿਆਂ ਦੇ ਵਿੱਚ ਹੋ ਰਿਹਾ ਸੀਗਾ। ਔਰ ਇਸ ਤੋਂ ਇਲਾਵਾ ਜੇ ਇਹਦੇ ਉੱਤੇ ਫਰਦਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਤੇ ਇਹ ਹਜ਼ਾਰਾਂ ਨਿਯੁਕਤੀਆਂ ਜਿਹੜੀਆਂ ਆਊਟਸੋਰਸ ਕੀਤੀਆਂ ਗਈਆਂ ਸਰਕਾਰਾਂ ਵੱਲੋਂ, ਇਹ ਸਰਵਿਸ ਪ੍ਰੋਵਾਈਡਰ ਰਾਹੀਂ ਹੋਈਆਂ ਹੋ ਸਕਦੀਆਂ। ਉਹਦੇ ਮਾਲਕ ਦਾ ਕਤਲ। ਇੰਦਰਪ੍ਰੀਤ ਜੀ, ਤੁਸੀਂ ਸੱਤਾ ਦੇ ਗਲਿਆਰਿਆਂ 'ਚ ਵਿਚਰਦੇ ਹੋ, ਬਹੁਤ ਸਾਰੇ ਲੋਕ ਜਿਹੜੇ ਸਰਕਾਰ ਸਿੱਧੇ ਤੌਰ ਤੇ ਨਹੀਂ ਲੈ ਸਕਦੀ ਹੁੰਦੀ, ਉਹ ਇਹਨਾਂ ਵਾਇਆ ਮੀਡੀਆ ਆ ਰਹੇ ਹੁੰਦੇ ਆ। ਗੱਲ ਇਹ ਤੇ ਤੋਰੋ, ਇਹ ਕਤਲ ਬੜਾ ਅਹਿਮ ਆ ਔਰ ਭਰਵੱਟੇ ਚੱਕਣ ਵਾਲਾ ਹੈ, ਔਰ ਇਹਦੇ ਤੋਂ ਬਹੁਤੀ ਗੱਲ ਹੋਈ ਨਹੀਂ, ਖਬਰਾਂ ਵਿਸਥਾਰ 'ਚ ਨਹੀਂ ਖਿਲਰ ਕੇ ਨਹੀਂ ਆਈਆਂ, ਪਰ ਕਤਲ ਅਹਿਮ ਹੋਇਆ। ਹਾਂ ਰੰਧਾਵਾ ਸਾਹਿਬ, ਤੁਸੀਂ ਜਿਹੜਾ ਮਤਲਬ ਤੁਸੀਂ ਤਾਂ ਕਾਫੀ ਵਿਸਤਾਰ ਨਾਲ ਖੁਦ ਹੀ ਦੱਸਤਾ ਹੈ। ਇਹ ਇਸ਼ੂ ਬੜਾ ਕੱਲ ਦਾ ਹੀ ਬਹੁਤ ਹੌਟ ਹੈ ਇੱਥੇ, ਜਿੱਦਾਂ ਕਤਲ ਹੋਇਆ ਹੈ ਉਸ ਤੋਂ ਬਾਅਦ ਹੀ ਸੈਕਟਰੀਏਟ ਦੇ ਵਿੱਚ ਬੜੀ ਚਰਚਾ ਸੀ ਇਸ ਨੂੰ ਲੈ ਕੇ। ਹਾਲਾਂਕਿ ਪਹਿਲਾਂ ਤਾਂ ਸਮਝ ਨਹੀਂ ਸੀ ਆ ਰਿਹਾ ਵੀ ਕੀ ਹੈ, ਚਲੋ ਕਤਲ ਤਾਂ ਮਤਲਬ ਕਾਫੀ ਹੁਣ ਇੱਕ ਕ੍ਰਾਈਮ ਹੈ, ਹੁੰਦਾ ਹੀ ਰਹਿੰਦਾ ਹੈ, ਲੇਕਿਨ ਇਹੀ ਇੰਨਾ ਚਰਚਾ 'ਚ ਕਿਉਂ ਹੈ। ਜੋ ਬਾਅਦ 'ਚ ਇਹ ਆਇਆ ਕਿ ਇੱਕ ਸਰਵਿਸ ਪ੍ਰੋਵਾਈਡਰ ਦਾ ਜੋ ਸਰਕਾਰ ਨੂੰ ਆਊਟਸੋਰਸ ਦੇ ਜਿਹੜੇ ਬੰਦੇ ਹੈਗੇ ਉਹ ਉਪਲਬਧ ਕਰਵਾਉਂਦਾ ਹੈ, ਸੋ ਤਾਂ ਕਰਕੇ ਉਹ ਜ਼ਿਆਦਾ ਮਾਮਲਾ ਸਾਹਮਣੇ ਆ ਗਿਆ ਤੇ ਵੀ ਕੀਤਾ ਕਿਉਂ ਹੈ। ਫਿਰ ਹਾਲਾਂਕਿ ਜਿਹੜੇ ਆਪਣੇ SSP ਹੈਗੇ ਆ, ਉਹਨਾਂ ਨੇ ਤਾਂ ਸਿਰਫ ਇੰਨਾ ਹੀ ਕਿਹਾ ਕਿ ਇਹ ਪਰਸਨਲ ਰਾਈਵਲਰੀ ਹੋ ਸਕਦੀ ਹੈ, ਜਾਂ ਜਿਹੜੀ ਆਪਸ 'ਚ ਕੰਪੀਟੀਸ਼ਨ ਹੁੰਦਾ ਹੈ ਜਾਂ ਪੈਸੇ ਦਾ ਲੈਣ ਦੇਣ ਹੁੰਦਾ ਹੈ, ਉਹਦਾ ਇੱਕ ਕਤਲ ਪਹਿਲੀ ਨਜ਼ਰੇ ਲੱਗਦਾ ਕਿ ਉਹ ਉਸ ਤਰ੍ਹਾਂ ਹੋਇਆ ਕਤਲ ਹੈ। ਪਰ ਇਹ ਇੰਨਾ ਸੌਖਾ ਨਹੀਂ ਹੈ, ਮੈਨੂੰ ਲੱਗਦਾ ਕਿ ਇੰਨਾ ਜਿਸ ਤਰ੍ਹਾਂ ਦਾ ਦਿਖਾਇਆ ਜਾ ਰਿਹਾ ਉਹਨਾਂ ਹੈ ਨਹੀਂ ਹੈ। ਇਹਦੇ ਪਿੱਛੇ ਕੁਝ ਵੱਡੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ, ਕਿਉਂਕਿ ਮੈਂ ਬਹੁਤ ਟਾਈਮ ਤੋਂ ਇੱਥੇ ਕੰਮ ਕਰ ਰਿਹਾ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਸਰਵਿਸ ਪ੍ਰੋਵਾਈਡਰਸ ਹੁੰਦੀਆਂ ਨੇ ਜਾਂ ਕੰਪਨੀਆਂ ਹੋਰ, ਇੱਕ ਪਹਿਲਾਂ ਇਹ ਵੀ ਜਿਹੜੇ ਆਪਣੇ ਰੱਖਦੇ ਹੁੰਦੇ ਸੀ ਬੈਂਕਾਂ ਦੇ ਬਾਹਰ ATM ਸੁਰੱਖਿਆ ਗਾਰਡ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਦੋਂ ਰੱਖਣ ਵਾਸਤੇ ਨਾ ਬਹੁਤ ਸਾਰੇ ਅਫਸਰਾਂ ਦਾ ਇੱਕ ਅਹਿਮ ਰੋਲ ਹੁੰਦਾ ਹੈ, ਜਿਹੜੇ ਡਾਇਰੈਕਟਲੀ ਇਹ ਕੰਮ ਨਹੀਂ ਕਰ ਸਕਦੇ ਹੁੰਦੇ, ਉਹ ਇਨਡਾਇਰੈਕਟਲੀ ਮਤਲਬ ਕੋਈ ਫੇਸ ਅੱਗੇ ਰੱਖ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਆ। ਹੁਣ ਸਵਾਲ ਇਹ ਹੈ ਕਿ ਕੀ ਇਹ ਵੀ ਉਹੀ ਨੇ ਜਾਂ ਇਹਨਾਂ ਦੇ ਪਿੱਛੇ ਕੋਈ ਹੋਰ ਨੇ। ਸੋ ਇਹ ਹਜੇ ਹੁਣ ਜਾਂਚ ਦਾ ਵਿਸ਼ਾ ਹੈ, ਕੱਲ ਨੂੰ ਅੱਜ ਤੱਕ ਜਾਂਚ ਪੂਰੀ ਪ੍ਰੋਪਰ ਹੋਈ ਨਹੀਂ ਹੈ,
ਸ਼ੁਰੂ ਹੋਏਗੀ ਤਾਂ ਉਸ ਤੋਂ ਬਾਅਦ ਹੀ ਸਾਹਮਣੇ ਆਏਗੀਆਂ ਚੀਜ਼ਾਂ ਕਿ ਇਹ ਲੋਕ ਕੌਣ ਨੇ ਤੇ ਕਿਹਨਾਂ ਦੇ ਲਈ ਕੰਮ ਕਰ ਰਹੇ ਨੇ। ਤੇ ਉਹਨਾਂ ਦਾ ਦੇਖਿਆ ਜਾਵੇ ਮਤਲਬ ਕੋਈ ਇੰਨਾ ਵੱਡਾ ਅਦਾਰਾ ਔਰ ਪੰਜਾਬ ਦੇ ਵਿੱਚ ਤਾਂ ਬਹੁਤ ਪਿਛਲੇ ਸਰਕਾਰ 'ਚ ਤਾਂ ਬਹੁਤ ਜ਼ਿਆਦਾ ਸਰਵਿਸ ਪ੍ਰੋਵਾਈਡਰਸ ਰਾਹੀਂ ਰੱਖੇ ਗਏ ਸੌਰੀ ਇਹਦੇ ਆਊਟਸੋਰਸ ਰਾਹੀਂ ਰੱਖੇ ਗਏ ਬੰਦੇ ਅਕਾਲੀ ਦਲ ਦੇ ਟਾਈਮ 'ਚ ਸ਼ੁਰੂ ਹੋਇਆ, ਉਸ ਤੋਂ ਬਾਅਦ ਕਾਂਗਰਸ ਨੇ ਇਹਨੂੰ ਬਹੁਤ ਬੜਾਵਾ ਦਿੱਤਾ, ਇਹਨਾਂ ਨੇ ਆ ਕੇ ਥੋੜਾ ਜਿਹਾ ਠੱਲ ਜੀ ਪਾਈ ਹੈ। ਪਰ ਜਿਹੜੀ ਪਬਲਿਕ ਰਿਲੇਸ਼ਨ ਦੇ ਵਿੱਚ ਹੋਈ ਹੈ ਕਾਫੀ ਸਾਰੀਆਂ ਨਿਯੁਕਤੀਆਂ ਹੋਈਆਂ ਨੇ, ਲਗਭਗ ਮੇਰਾ ਖਿਆਲ ਹੈ 100 ਦੇ ਕਰੀਬ ਹੋਈਆਂ ਜੋ ਆਰਟੀਆਈ ਰਾਹੀਂ ਸਾਰੇ ਬੰਦਿਆਂ ਨੇ ਲਿੱਤੀਆਂ ਹੋਈਆਂ ਨੇ। ਉਹਦੇ 'ਚ ਆਈਆਂ ਨੇ ਕਿ 86 ਦੇ ਕਰੀਬ ਜਿਹੜੇ ਹੈਗੇ ਨੇ ਬੰਦੇ ਰੱਖੇ ਆ ਉਹ ਸਾਰੇ ਦੇ ਸਾਰੇ ਆਊਟਸੋਰਸ ਰਾਹੀਂ ਹੈ ਔਰ ਬੜੀ ਵੱਡੀਆਂ ਤਨਖਾਹਾਂ ਤੇ ਰੱਖੇ ਹੋਏ, ਮਤਲਬ ਕੋਈ ਛੋਟੀ ਤਨਖਾਹ ਨਹੀਂ ਹੈ ਵੀ ਕੋਈ 10-15 ਹਜ਼ਾਰ ਰੁਪਏ ਤੇ ਰੱਖਿਆ ਹੋਵੇ, ਬੜੀਆਂ ਵੱਡੀਆਂ ਤਨਖਾਹਾਂ ਤੇ ਰੱਖੇ ਹੋਏ ਆ। ਇਹ 40,000 ਤੋਂ ਲੈ ਕੇ 1.5 ਲੱਖ ਤੱਕ ਤਾਂ ਆਮ ਗੱਲ ਹੈ ਔਰ ਉਹਦੇ ਵਿੱਚੋਂ ਜੇ ਛੋਟਾ ਜਿਹਾ ਹਿੱਸਾ ਵੀ %% ਵੀ ਜਾਂਦਾ ਹੋਵੇ ਸਰਵਿਸ ਪ੍ਰੋਵਾਈਡਰ ਨੂੰ, ਕਿਉਂਕਿ ਸਾਨੂੰ ਇਹਦੇ ਬਾਰੇ ਟੈਕਨੀਕੈਲਿਟੀਜ਼ ਨਹੀਂ ਪਤਾ, ਟਰਮਸ ਨਹੀਂ ਪਤਾ, ਤੇ ਇਹ ਇੱਕ ਬਹੁਤ ਵੱਡਾ ਕੰਮ ਸੀ, ਹੈਨਾ। ਦਰਸ਼ਨ ਸਿੰਘਲਾ ਨਾਂ ਦਾ ਇਹ ਵਿਅਕਤੀ ਸੀਗਾ ਜਿਹਦਾ ਕਤਲ ਹੁੰਦਾ। ਜੇ ਇਹ ਉਹੀ ਨੇ, ਹੋ ਸਕਦਾ SS ਸਰਵਿਸ ਪ੍ਰੋਵਾਈਡਰ ਕੋਈ ਹੋਰ ਵੀ ਹੋਵੇ, ਮੈਂ ਫਿਰ ਇੱਕ ਵਾਰੀ ਕਲੈਰੀਫਾਈ ਕਰ ਦਿਆਂ, ਕੋਈ ਹੋਰ ਵੀ ਹੋ ਸਕਦਾ, ਪਰ ਜੇ ਉਹੀ ਆ ਤਾਂ ਫਿਰ ਜਾਂਚ ਬਹੁਤ ਡੂੰਘਾਈ ਨਾਲ ਹੋਣੀ ਚਾਹੀਦੀ ਆ। ਸਿੰਪਲੀ ਇੱਕ 2 ਕਾਲਮ ਦੀ ਖਬਰ 'ਚ ਗੱਲ ਮੁੱਕਣੀ ਨਹੀਂ ਚਾਹੀਦੀ। ਜੀ ਬਿਲਕੁਲ, ਤੁਸੀਂ ਠੀਕ ਕਿਹਾ ਕਿ ਇਹ 2 ਕਾਲਮ 'ਚ ਨਹੀਂ ਮੁੱਕਣੀ ਚਾਹੀਦੀ। ਔਰ ਮੇਰਾ ਇਸ ਤੋਂ ਵੀ ਅੱਗੇ ਇਹ ਹੈ ਕਿ ਦੇਖੋ ਇਹ ਸਰਕਾਰ ਲਈ ਨਾ ਇੱਕ ਮੁਸੀਬਤਾਂ ਵੀ ਬਣਦੀਆਂ ਨੇ ਚੀਜ਼ਾਂ, ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਐਸੇ ਟਾਈਮ ਤੁਸੀਂ ਦੇਖੋ ਪੰਜਾਬ ਦੇ ਵਿੱਚ 4-5 ਤਰ੍ਹਾਂ ਦੀਆਂ ਨਿਯੁਕਤੀਆਂ ਚੱਲ ਰਹੀਆਂ ਨੇ। ਇੱਕ ਰੈਗੂਲਰ ਮੁਲਾਜ਼ਮ ਨੇ, ਫਿਰ ਕੰਟਰੈਕਟ ਵਾਲੇ ਹੈਗੇ ਨੇ ਜਿਹੜੇ ਸਰਕਾਰੀ ਕੰਟਰੈਕਟ ਰੱਖਦੀ ਹੈ, ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਆਊਟਸੋਰਸ ਵਾਲੇ ਨੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ, ਉਹ ਸਿਰਫ ਸਰਵਿਸ ਪ੍ਰੋਵਾਈਡਰ ਨੂੰ ਅਥਾਰਟੀ ਦੇਤੀ ਹੈ ਵੀ ਇੰਨੇ ਬੰਦੇ ਸਾਨੂੰ ਇਸ ਕਿਸਮ ਦੇ ਚਾਹੀਦੇ ਆ, ਉਹ ਪ੍ਰੋਵਾਈਡ ਕਰ ਦਿੰਦੇ ਆ। ਸੋ ਇਹਨਾਂ ਨੂੰ ਲੈ ਕੇ ਹੁਣ ਜਦੋਂ ਫਿਰ ਇਲੈਕਸ਼ਨਸ ਆਉਂਦੇ ਆ ਸਭ ਤੋਂ ਜ਼ਿਆਦਾ ਟੈਂਕੀਆਂ ਤੇ ਚੜਨ ਵਾਲੇ ਵੀ ਇਹੀ ਹੁੰਦੇ ਨੇ, ਕਿਉਂਕਿ ਨਾ ਤਾਂ ਇਹਨਾਂ ਨੂੰ ਪੱਕਾ ਕੀਤਾ ਜਾ ਸਕਦਾ, ਕਿਉਂ ਕੋਈ ਨਿਯਮ ਕਾਇਦੇ ਨਹੀਂ ਹੈਗੇ ਇਹਨਾਂ ਵਾਸਤੇ, ਕਿਸੇ ਨੂੰ ਵੀ ਲਿਆ ਕੇ ਸਰਵਿਸ ਪ੍ਰੋਵਾਈਡਰ ਇੱਥੇ ਨਿਯੁਕਤ ਕਰ ਸਕਦਾ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਬਾਅਦ 'ਚ ਜਿਹੜੀਆਂ ਸਰਕਾਰਾਂ ਨੂੰ ਜਾਂ ਅਗਲੀਆਂ ਸਰਕਾਰਾਂ ਨੂੰ ਖੁਦ ਹੀ ਬਹੁਤ ਵੱਡੀਆਂ ਮੁਸੀਬਤਾਂ ਵੀ ਬਣ ਜਾਂਦੀਆਂ ਨੇ। ਇਸ ਸਰਕਾਰ ਦੇ ਵਿੱਚ ਹੁਣ ਜਦੋਂ ਇਹ ਪਹਿਲਾਂ ਤਾਂ 2 ਸਰਕਾਰਾਂ ਨੇ ਲਗਾਤਾਰ, ਕੈਪਟਨ ਅਮਰਿੰਦਰ ਸਿੰਘ ਨੇ ਵੀ ਔਰ ਅਕਾਲੀ ਦਲ ਨੇ ਵੀ ਲਗਾਤਾਰ ਇਹ ਕੋਸ਼ਿਸ਼ ਕੀਤੀ ਗਈ ਕਿ ਕੀ ਅਸੀਂ ਇਹਨਾਂ ਨੂੰ ਪੱਕੇ ਕਰ ਸਕਦੇ ਹਾਂ। 2 ਵਾਰੀ ਕੇਸ ਵੀ ਗਿਆ, 2016 'ਚ ਬਾਲ ਸਾਹਿਬ ਨੇ ਕੋਸ਼ਿਸ਼ ਕੀਤੀ, ਬਾਅਦ 'ਚ 18 'ਚ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ। ਦੋਨੋਂ ਵਾਰੀ ਜਿਹੜਾ ਹੈਗਾ ਇਹ ਕੇਸ ਹਾਈ ਕੋਰਟ 'ਚ ਮੁੱਦੇ ਮੂੰਹ ਗਿਰ ਗਏ ਹੈ। ਪਰ ਇਹ ਸਰਕਾਰ ਨੇ ਆ ਕੇ ਇੱਕ ਪਾਲਿਸੀ ਡਿਕਲੇਅਰ ਕਰਤੀ ਕਿ ਜਿਹੜੇ ਸਹੀ ਨਿਯਮ ਕਾਇਦਿਆਂ ਦੇ ਵਿੱਚ ਆਏ ਹੋਏ ਨੇ ਅਸੀਂ ਉਹਨਾਂ ਦਾ ਇੱਕ ਡਾਈਂਗ ਕੈਡਰ ਬਣਾ ਕੇ ਇਹਨਾਂ ਨੂੰ ਪੱਕੇ ਕਰ ਦਿੰਦੇ ਆ, ਪਰ ਇਹਨਾਂ ਨੂੰ ਕੋਈ ਰੈਗੂਲਰ ਉਹ ਨਹੀਂ ਮਿਲੇਗੀ। ਹਾਂ, ਤਨਖਾਹ ਪੂਰੀ ਉਹੀ ਮਿਲੇਗੀ ਜੋ ਸਰਕਾਰੀ ਮੁਲਾਜ਼ਮ ਨੂੰ ਮਿਲਦੀ ਹੈ। ਇਹ ਕੱਢੇ ਨਹੀਂ ਜਾਣਗੇ, ਜਦੋਂ ਰਿਟਾਇਰ ਹੋ ਜਾਣਗੇ ਖਤਮ ਹੋ ਜਾਣਗੇ। ਸੋ ਇਹ ਇਕੱਲੀ ਇਸ ਤਰ੍ਹਾਂ ਦੀ ਨਹੀਂ ਹੈ। ਇਹ ਜਿਹੜਾ ਦੂਜਾ ਆਊਟਸੋਰਸ ਵਾਲਾ ਹੈ ਉਹਦੇ 'ਚ ਮੈਂ ਹਜੇ ਵੀ ਕਹਿ ਰਿਹਾ ਕਿ ਬਹੁਤ ਸਾਰੇ ਅਫਸਰ ਵੀ ਹੋ ਸਕਦੇ ਨੇ, ਮੰਤਰੀ ਵੀ ਹੋ ਸਕਦੇ ਨੇ ਜਾਂ ਵੱਡੇ ਪੋਲੀਟੀਸ਼ੀਅਨ ਵੀ ਹੋ ਸਕਦੇ ਨੇ, ਕਿਉਂਕਿ ਉਹ ਖੇਲ ਇੰਨਾ ਛੋਟਾ ਨਹੀਂ ਹੈ ਜਿੰਨਾ ਉੱਪਰੋਂ ਦਿਖ ਰਿਹਾ। ਬਿਲਕੁਲ, ਇੱਕ ਸੁਨਾਮ ਦੀ ਬੈਕਗ੍ਰਾਉਂਡ ਵਾਲਾ ਵਿਅਕਤੀ ਪਟਿਆਲੇ ਦੀ ਇੱਕ ਕਲੋਨੀ ਦੇ ਬਾਹਰਲੀ ਮਾਰਕੀਟ ਦੇ ਵਿੱਚ ਜਿਹਦੇ ਸ਼ਟਰਾਂ ਵਾਲੇ ਦਰਵਾਜ਼ੇ ਹੋਣ, ਜਿਸ ਤਰ੍ਹਾਂ ਦੀਆਂ ਤਸਵੀਰਾਂ 'ਚ ਸਾਹਮਣੇ ਆ ਰਿਹਾ, ਜੇ ਉਹਦੇ 'ਚ ਬੈਠ ਕੇ 1.5 ਲੱਖ ਰੁਪਏ ਦੀਆਂ ਤਨਖਾਹਾਂ ਵਾਲੀਆਂ ਨਿਯੁਕਤੀਆਂ ਕਰਨ ਦੇ ਵਿੱਚ ਸਰਕਾਰ ਨੂੰ ਸਪੋਰਟ ਕਰ ਰਿਹਾ, ਤੇ ਸਵਾਲ ਇਹ ਉੱਠਦਾ ਹੈ ਕਿ ਉਹ ਛੋਟਾ ਕਿਵੇਂ ਹੋ ਸਕਦਾ, ਜਾਂ ਫਿਰ ਉਹਦੇ ਪਿਛਲੇ ਬੰਦੇ ਏਡੇ ਵੱਡੇ ਆ ਕਿ ਉਹ ਇਸ ਤਰ੍ਹਾਂ ਲੋ ਪ੍ਰੋਫਾਈਲ ਰਹਿ ਕੇ ਵੀ ਅੱਗੇ ਵਧਣਾ। ਸੋ ਇਹ ਬੜੇ ਅੱਗੇ ਜਾ ਕੇ ਇਹਦੇ ਚੁਕਾਉਣ ਵਾਲੇ ਤੱਥ ਆ ਸਕਦੇ ਜੇ ਉਹੀ ਆ। ਮੈਂ ਫਿਰ ਕਹਿ ਰਿਹਾ ਜੇ ਉਹੀ ਆ। ਭਾਸਕਰ ਸਾਹਿਬ, ਅਗਲੀ ਖਬਰ ਵੀ ਕਾਫੀ ਅਹਿਮ ਆ ਜਿਹੜੀ ਖਬਰ ਤੁਹਾਡੇ ਤੋਂ ਮੈਂ ਲੈਣੀ। ਸੁਖਪਾਲ ਸਿੰਘ ਖਹਿਰਾ ਨੇ ਕੱਲ ਹੜਕੰਪ ਮਚਾਤਾ, ਇੱਕ ਵਾਰੀ ਫਿਰ ਖੌਫ ਪੈਦਾ ਹੋ ਗਿਆ। ਆਖਿਰ 2 ਵੱਡੇ ਬੰਦਿਆਂ ਦੀਆਂ 2 ਵੀਡੀਓ ਕਲਿੱਪਸ ਹੋਰ ਹੈ। ਮੈਂ ਇਹਦੇ ਤੇ ਕਹਿੰਦੇ ਨਿਰੀਖਣ ਇਹਦਾ ਕਰ ਰਿਹਾ, ਜੇ ਮੈਨੂੰ ਲੱਗਿਆ ਕੁਝ ਆਪੱਤੀਜਨਕ ਹੈਗਾ, ਆਪੱਤੀਜਨਕ ਤੇ ਹੈਗੀਆਂ ਹੀ ਨੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ, ਮੈਂ ਉਹਨਾਂ ਨੂੰ ਅਪਰੋਪਰੀਏਟ ਏਜੰਸੀ ਤੋਂ, ਅਥਾਰਟੀ ਤੋਂ ਜਾਂਚ ਲਈ ਭੇਜੂੰਗਾ। ਇਹਨੇ ਪੂਰੇ ਸਿਆਸੀ ਮਾਹੌਲ ਨੂੰ ਭਖਾਤਾ, ਇੱਕ ਦੂਜੇ ਨਾਲ ਫਿਰ ਕੰਨ ਜੋੜਨ ਲੱਗ ਪਏ, ਕੌਣ ਕਿਵੇਂ ਕਿੱਦਾਂ, ਤੇਰਾ ਤਾਂ ਨਹੀਂ ਮੇਰਾ ਤਾਂ ਨਹੀਂ, ਕੋਈ ਸਾਡੀ ਕੋਈ ਆਡੀਓ ਤਾਂ ਨਹੀਂ, ਇੱਕ ਦੂਜੇ ਨਾਲ ਗੱਲ। ਸੋ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਤੁਹਾਡੀ ਖਹਿਰਾ ਸਾਹਿਬ ਨਾਲ ਗੱਲਬਾਤ ਹੁੰਦੀ ਆ ਤੇ ਉਹਨਾਂ ਨੇ ਕੀ ਦੱਸਿਆ
ਵੀ ਕਿੱਡੇ ਕੁ ਕੱਦ ਦੇ ਬੰਦੇ ਆ, ਕੋਈ ਹਾਈਟ ਹੂਟ ਦੱਸੀ ਆ, ਕੋਈ ਦੱਸਿਆ ਉਹਨਾਂ ਦਾ ਵਿਆਸ ਕੀ ਹੈ, ਹਿਸਾਬ ਕਿਤਾਬ ਸਾਰਾ? ਨਹੀਂ ਖੈਰ ਹਾਈਟ ਵੇਟ ਤੇ ਨਹੀਂ ਦੱਸਿਆ, ਲੇਕਿਨ ਇਹ ਜ਼ਰੂਰ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਖਹਿਰਾ ਸਾਹਿਬ ਜਦ ਗਵਰਨਰ ਸਾਹਿਬ ਦੇ ਘਰ ਦੇ ਬਾਹਰ ਆਏ ਸੀਗੇ ਤੇ ਕੁਝ ਕਹਿ ਕੇ ਉਹਨਾਂ ਨੇ ਹੜਕੰਮ ਮਚਾਤਾ। ਉਹ ਕਹਿੰਦੇ ਅੰਦਰ ਕੁਝ ਦੇ ਕੇ ਆਇਆ, ਮੈਂ ਨਹੀਂ ਦੱਸੂਗਾ ਨਹੀਂ ਕਿਹਦੇ ਬਾਰੇ ਦੇ ਕੇ ਆਇਆ, ਪਰ ਗਵਰਨਰ ਸਾਹਿਬ ਨੂੰ ਕਿਹਾ ਜਾਂਚ ਕਰਾ ਲਓ, ਜਾਂਚ ਤੋਂ ਬਾਅਦ ਫਿਰ ਐਕਸ਼ਨ ਲਵਾਂਗੇ। ਗਵਰਨਰ ਸਾਹਿਬ ਨੇ ਵੀ ਉਹ ਕਥਿਤ ਤੌਰ ਤੇ ਭੇਜਤੀ ਡੀਜੀਪੀ ਚੰਡੀਗੜ੍ਹ ਨੂੰ। ਤੇ ਹਜੇ ਇਸ ਮੁੱਦੇ ਦੇ ਉੱਤੇ ਭਾਵੇਂ ਉਸ ਮੰਤਰੀ ਦਾ ਜ਼ਿਕਰ ਨਾ ਖਹਿਰਾ ਸਾਹਿਬ ਨੇ ਕੀਤਾ ਨਾ ਗਵਰਨਰ ਸਾਹਿਬ ਨੇ ਕੀਤਾ, ਲੇਕਿਨ ਸਰਕਾਰ ਆਪ, ਕਈ ਵਾਰ ਉਹ ਕਹਿੰਦੇ ਨੇ ਨਾ ਚੋਰ ਕੀ ਦਾੜੀ ਮੇ ਤਿਨਕਾ, ਹੁਣ ਪਤਾ ਨਹੀਂ ਕਿਹਦੀ ਦਾੜੀ 'ਚ ਤਿਨਕਾ ਤੁਨਕਾ ਜਿਹਾ ਹੈਗਾ। ਹੁਣ ਜਲੰਧਰ ਦੇ ਵਿੱਚ ਜਿਮਨੀ ਇਲੈਕਸ਼ਨ ਜਾਂ ਇਲੈਕਸ਼ਨ ਦਾ ਮਾਹੌਲ ਹੈਗਾ, ਜਦ ਵੀ ਕਿਸੇ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ, ਖਾਸ ਕਰਕੇ ਹਰਪਾਲ ਚੀਮਾ ਤੋਂ ਪੁੱਛ ਲਓ, ਉਹ ਹਜੇ ਕਾ ਹੀ ਮੂੰਹ ਤੋਂ ਨਿਕਲਦਾ, ਉੱਠ ਖੜੇ ਹੁੰਦੇ ਨੇ ਕਿ ਨਹੀਂ ਇਸ ਮੁੱਦੇ ਤੇ ਮੈਂ ਕੁਝ ਨਹੀਂ ਕਹਿਣਾ। ਪਰ ਹਾਂ, ਕੱਲ ਇੱਕ ਹੋਰ ਫੇਸਬੁੱਕ ਤੇ ਆਪਣੀ ਇੱਕ ਵੀਡੀਓ ਪਾ ਕੇ ਸੁਖਪਾਲ ਸਿੰਘ ਖਹਿਰਾ, ਜਿਹੜੇ ਗਵਰਨਰ ਉਹਨਾਂ ਦੇ ਘਰ ਤੋਂ ਬਾਹਰ ਤੋਂ ਉਹਨਾਂ ਨੇ ਜਿਹੜਾ ਪੰਗਾ ਪਾਇਆ ਸੀਗਾ, ਕੱਲ ਇਹ ਕਹਿ ਕੇ ਹੋਰ ਵੀ ਇੱਕ ਸਨਸਨੀਖੇਜ ਖੁਲਾਸੇ ਕੀਤੇ ਨੇ ਕਿ 2 ਹੋਰ ਏਦਾਂ ਦੀ ਵੀਡੀਓ ਮਤਲਬ ਬਿਲਕੁਲ ਸੇਮ ਉਹਨਾਂ ਦੀ ਨਾ ਵੀ ਹੋਏ ਪਰ ਆਪੱਤੀਜਨਕ ਵੀਡੀਓ, ਉਹਦੇ ਵਿੱਚੋਂ ਇੱਕ ਕੈਬਨਿਟ ਮੰਤਰੀ ਹੈ ਪੰਜਾਬ ਦਾ। ਇਹ ਗੱਲ ਉਹਨਾਂ ਨੇ ਮੈਨੂੰ ਚੇਚੇ ਤੌਰ ਤੇ ਦੱਸੀ ਜਦ ਮੈਂ ਇਹ ਗੱਲ ਦੇ ਉੱਤੇ ਇਨਸਿਸਟ ਕੀਤਾ, ਕਿਉਂਕਿ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇੱਕ ਮੰਤਰੀ ਕੈਬਨਿਟ ਦਾ ਹੈਗਾ, ਔਰ ਦੂਜੀ ਵੀਡੀਓ ਮੰਤਰੀ ਤੋਂ ਵੀ ਵੱਡੇ ਕੱਦ ਦੇ ਬੰਦੇ ਦਾ, ਯਾਨੀ ਕੋਈ ਲੀਡਰ ਹੈਗਾ, ਪੋਲੀਟੀਸ਼ੀਅਨ ਹੈਗਾ, VIP ਹੈਗਾ, ਉਹਦੀ ਕੋਈ ਵੀਡੀਓ ਉਹਨਾਂ ਦੇ ਹੱਥ ਲੱਗ ਗਈ ਹੈ। ਔਰ ਹੁਣ ਆਉਣ ਵਾਲੇ ਟਾਈਮ ਵਿੱਚ ਕੱਲ ਕਰਦੇ ਆ, ਪਰਸੋਂ ਕਰਦੇ ਆ, ਮਹੀਨੇ ਬਾਅਦ ਕਰਦੇ ਆ, ਨਹੀਂ ਕਰਦੇ ਆ, ਇਹ ਤੇ ਉਹਨਾਂ ਦਾ ਆਪ ਦਾ ਡਿਸੀਜਨ ਹੋਏਗਾ। ਪਰ ਨਾਲ ਦੇ ਨਾਲ ਉਹ ਜਿਹੜੀ ਵੀਡੀਓ ਦੇ ਕੇ ਆਏ ਸੀ ਕਿ ਗਵਰਨਰ ਸਾਹਿਬ ਕੋਲ, ਉਹ ਹਜੇ ਵੀ ਐਡਮਿਟ ਹੈਗੇ, ਪਾਰਟੀ ਉਹਨਾਂ ਦੀ ਕਹਿ ਵੀ ਰਹੀ ਹੋਏਗੀ ਕਿ ਵੀ ਇਹ ਵੀਡੀਓ ਹੁਣੇ ਕਰੋ, ਮੌਕਾ ਤੇ ਹੁਣੇ ਹੈ, 8 ਤਰੀਕ ਨੂੰ ਕੈਂਪੇਨ ਬੰਦ ਖਤਮ ਹੋਣਾ, ਉਸ ਦੌਰਾਨ ਹੀ ਅਗਰ ਤੁਸੀਂ ਕੁਝ ਏਦਾਂ ਦਾ ਕੋਈ ਲੀਕ ਲਾਕ ਹੋ ਜਾਏ ਕੰਮ ਤੇ ਸਾਡਾ ਮਾਹੌਲ ਹੋਰ ਵਧੀਆ ਬਣ ਸਕਦਾ ਹੈ। ਪਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਸਿਰੇ ਤੋਂ ਨਾ ਕਰਤੀ ਹੈ, ਔਰ ਬਾਕੀ ਦੀ 2 ਵੀਡੀਓ ਹਜੇ ਉਹਨਾਂ ਨੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਕਾ ਕੇ ਰੱਖੀ ਹੋਈ ਹੈ, ਉਹਦੇ ਵਿੱਚ ਨਿਸ਼ਾਨੀ ਜੀ ਲਾ ਲਈ ਹੈ ਵੀ ਕਿਹਦੇ ਵਿੱਚ ਕੀ ਹੈਗਾ, ਬਾਅਦ ਚੋਂ ਰਿਲੀਜ਼ ਕਰਦੇ ਆ ਕਿ ਨਹੀਂ ਕਰਦੇ ਪਤਾ ਨਹੀਂ। ਪਰ ਹਾਂ, ਮੰਤਰੀ ਮੰਡਲ ਦੇ ਵਿੱਚ ਬਹੁਤ ਜ਼ਿਆਦਾ ਡਰ ਹੋ ਗਿਆ ਹੈ ਕਿ ਯਾਰ ਆਪਾਂ ਜਲੰਧਰ ਜਾਈਏ ਕਿ ਨਾ ਜਾਈਏ ਕੈਂਪੇਨ ਕਰਨ ਵਾਸਤੇ, ਕੋਈ ਸਾਡੀ ਤੇ ਨਹੀਂ ਨਿਕਲ ਗਈ ਏਦਾਂ ਦੀ। ਇੱਕ ਕਈ ਵਾਰ ਤੁਸੀਂ ਇੱਕ ਏਦਾਂ ਦਾ ਇੱਕ ਹਨੇਰੇ 'ਚ ਤੀਰ ਮਾਰਦੇ ਹੋ ਤੇ ਉਹ ਕਿਸੇ ਵੀ ਜਗ੍ਹਾ ਜਾ ਕੇ ਲੱਗ ਜਾਂਦਾ। ਹੁਣ ਤੀਰ ਤੋਂ ਸਾਰੇ ਬਚਦੇ ਫਿਰ ਰਹੇ ਨੇ ਕਿ ਵੀ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਵੀ ਕੁਝ ਏਦਾਂ ਦਾ ਹੋ ਜਾਂਦਾ ਹੈ, ਜਿਹਦੇ ਕਰਕੇ ਬਾਅਦ 'ਚ ਉਹ ਵੀਡੀਓ ਸੁਖਪਾਲ ਸਿੰਘ ਖਹਿਰਾ ਕੋਲ ਹੀ ਜਾਂਦੀ ਕਿਉਂ ਹੈ ਏਦਾਂ ਦੀ ਵੀਡੀਓ। ਇਹ ਵੀ ਇੱਕ ਸਵਾਲ ਪੈਦਾ ਹੋ ਰਿਹਾ ਹੈ। ਜਾਂ ਹੋਰ ਵੀ ਤੇ ਕਾਂਗਰਸੀ ਹੈਗੇ, ਰਾਜਾ ਵੜਿੰਗ ਉਹਨਾਂ ਨੇ ਕੀ ਕਸੂਰ ਕੀਤਾ ਹੈ, ਉਹਨਾਂ ਨੂੰ ਕੋਈ ਏਦਾਂ ਦੀ ਵੀਡੀਓ ਕਿਉਂ ਨਹੀਂ ਦਿੰਦਾ, ਉਹ ਸੁਖਪਾਲ ਸਿੰਘ ਖਹਿਰਾ ਨੂੰ ਹੀ ਕਿਉਂ ਦਿੰਦਾ ਹੈ? ਇਹ ਵੀ ਸਵਾਲ ਕਾਂਗਰਸੀ ਸਰਕਲ ਦੇ ਵਿੱਚ ਫੈਲਿਆ ਹੋਇਆ, ਕਿਉਂਕਿ ਰਾਜਾ ਵੜਿੰਗ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਸੁਖਪਾਲ ਸਿੰਘ ਜੀ ਮੈਨੂੰ ਦੇ ਦਿਓ, ਆਪਾਂ 7 ਤਰੀਕ ਨੂੰ ਕੁਝ ਐਦਾ ਕਰੀਏ। ਪਰ ਹਜੇ ਤੱਕ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਕੋਰੀ ਨਾ ਹੈ ਉਸ ਵੀਡੀਓ ਨੂੰ ਲੀਕ ਕਰਨ ਵਾਸਤੇ, ਔਰ ਬਾਕੀ ਦੀ 2 ਵੀਡੀਓ ਨੂੰ ਉਹਨਾਂ ਨੇ ਸਾਂਭ ਕੇ ਰੱਖ ਲਿਆ ਤਾਲਾ ਲਾ ਕੇ। ਜੀ, ਤੁਸੀਂ ਤਾਂ ਐ ਲਾਇਬ੍ਰੇਰੀ ਦੀ ਗੱਲ ਕਰਦੇ ਹੋ ਜਦੋਂ ਸੱਜਰਾ ਦੂਰਦਰਸ਼ਨ ਦੀ ਵੀਡੀਓ ਲਾਇਬ੍ਰੇਰੀ 'ਚ ਹੋ ਕੇ ਆਏ ਹੁੰਦੇ ਨਾ, ਜਿੱਥੇ ਉਹ ਲਿਖਿਆ ਹੁੰਦਾ ਵੀ ਇਹ ਸੰਦਲੀ ਪੈੜਾਂ ਨੇ ਬਲਜੀਤ ਸਿੰਘ ਵਾਲੀਆਂ ਤੇ ਇਹ ਮੇਰਾ ਪਿੰਡ ਮੇਰੇ ਖੇਤ ਨੇ, ਇਹ ਉਹ ਸਾਰੀਆਂ ਇੰਜ ਲੱਗਦਾ ਜਿੱਦਾਂ ਨਿਸ਼ਾਨੀਆਂ ਲਾਈਆਂ ਹੁੰਦੀਆਂ। ਖੈਰ, ਮੈਨੂੰ ਲੱਗਦਾ ਤੁਹਾਡੀਆਂ ਇਹਨਾਂ ਗੱਲਾਂ ਨੇ ਨਾ ਮੰਤਰੀ ਮੰਡਲ ਦੇ ਕਈ ਮੈਂਬਰਾਂ ਦੇ ਅੰਦਰ ਉਹ BP ਤਾਂ ਠਾਂ ਚੜਨ ਦੀ ਕਿਹੜੀ ਬਿਮਾਰੀ ਹੁੰਦੀ ਆ, ਪੈਨਿਕ ਕ੍ਰੀਏਟ ਕਰਨਾ ਵਾ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਇੰਦਰਪ੍ਰੀਤ ਜੀ, ਮਨੀਸ਼ ਸਿਸੋਦੀਆ ਨੂੰ ED ਦੀ ਨਵੀਂ ਚਾਰਜ ਸ਼ੀਟ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਇਰੀਗੇਸ਼ਨ ਸਕੈਮ ਦੇ ਵਿੱਚ ਕਥਿਤ ਸਕੈਮ ਦੇ ਵਿੱਚ ਗੁਰਿੰਦਰ ਸਿੰਘ ਦੀ 70 ਕਰੋੜ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਨ ਦਾ ਜ਼ਿਕਰ ED ਵੱਲੋਂ ਹੀ ਹੋ ਰਿਹਾ। ਪਹਿਲਾਂ ਤੁਸੀਂ ਉਹ ਜਿਹੜੀ ਪਹਿਲੀ ਖਹਿਰੇ ਵਾਲੀ ਉਹ ਤੇ ਟਿੱਪਣੀ ਦੇਣਾ ਚਾਹ ਰਹੇ ਹੋ, ਅਜੇ ਤੱਕ ਤੁਹਾਡੀ ਮੁਸਕਰਾਹਟ ਆ ਰਹੀ ਹੈ। ਮੈਂ ਉਹ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਜਿੰਨਾ ਖੁਲਾਸਾ ਭਾਸਕਰ ਸਾਹਿਬ ਨੇ ਕਰਤਾ ਇਸ ਤੋਂ ਜ਼ਿਆਦਾ ਤਾਂ ਮੇਰੇ ਤੋਂ ਹੋਣਾ ਵੀ ਨਹੀਂ ਹੈ ਜੀ। ਹਾਂ, ਮਨੀਸ਼ ਸਿਸੋਦੀਆ ਵਾਲਾ ਜ਼ਰੂਰ ਹੈਗਾ। ਦੇਖੋ, ਪਹਿਲਾਂ CBI ਆਲਰੇਡੀ ਉਹਨਾਂ ਨੂੰ ਅਕਿਊਜ਼ਡ ਦੇ ਨੰਬਰ 1 ਦੇ ਤੌਰ ਤੇ ਰੱਖ ਚੁੱਕੀ ਹੈ। ਹੁਣ ਜਿਹੜੀ ਇਹ 4 ਚਲਾਨ ਸਪਲੀਮੈਂਟਰੀ ਚਲਾਨ ਤੋਂ ਬਾਅਦ ਜਿਹੜਾ 5ਵਾਂ ਪੇਸ਼ ਹੋਇਆ, ਇਹਦੇ ਵਿੱਚ ED ਨੇ ਵੀ ਉਹਨਾਂ ਨੂੰ ਮੁੱਖ ਅਭਿਯੁਕਤ ਦੇ ਤੌਰ ਤੇ ਰੱਖ ਲਿਆ। ਸੋ ਮੈਨੂੰ ਲੱਗਦਾ ਕਿ ਹਜੇ ਜਿਹੜਾ ਉਹਨਾਂ ਦਾ ਇੱਕ ਬਾਹਰ ਆਉਣ ਦਾ ਉਹ ਸੀਗਾ ਕਿ ਕਿਉਂਕਿ ਲਗਾਤਾਰ ਉਹਨਾਂ ਦੀ ਵਾਈਫ ਵੀ ਜ਼ਮਾਨਤ ਲਈ ਕੋਸ਼ਿਸ਼ ਕਰ ਰਹੀ ਹੈ ਕਿ ਆ ਜਾਣ। ਮੈਨੂੰ ਲੱਗਦਾ ਕਿ ਹਜੇ ਤਾਂ ਫਿਰ ਮੁਸ਼ਕਿਲ ਲੱਗ ਰਹੀ ਹੈ, ਕਿਉਂਕਿ ED ਵਾਲੇ ਕੇਸ 'ਚ ਤਾਂ
ਜ਼ਮਾਨਤ ਜਲਦੀ ਹੁੰਦੀ ਵੀ ਨਹੀਂ ਹੈ। CBI ਵਾਲੇ ਕੇਸ 'ਚ ਤਾਂ ਅਜੇ ਫੇਰ ਹੋ ਜਾਂਦੀ ਹੈ, ED ਵਾਲੇ ਕੇਸ 'ਚ ਤਾਂ ਮਨੀਸ਼ ਸਿਸੋਦੀਆ ਨੂੰ ਹਜੇ ਕੋਈ ਜ਼ਮਾਨਤ ਮਿਲਣ ਦੇ ਚਾਂਸਸ ਨਹੀਂ ਹੈ। ਪਰ ਇਹ ਕੇਸ ਕਿਉਂਕਿ ਅਸੀਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਮਨੀਸ਼ ਸਿਸੋਦੀਆ ਦਾ, ਔਰ ਇਹਦੇ ਵਿੱਚ ਖਾਸ ਤੌਰ ਤੇ ਗੱਲ ਇਹ ਹੈਗੀ ਹੈ ਕਿ ਇਹਦੀ ਜਿਹੜੀ ਸੁਣਵਾਈ ਬੜੀ ਤੇਜ਼ ਚੱਲ ਰਹੀ ਹੈ। ਇਹ ਬੜਾ ਇੱਕ ਇੰਟਰਸਟਿੰਗ ਫੈਕਟ ਹੈ ਇਹਦੇ ਵਿੱਚ ਕਿ ਸੁਣਵਾਈ ਬੜੀ ਤੇਜ਼ ਚੱਲ ਰਹੀ ਹੈ। ਦੋ ਏਜੰਸੀਆਂ ਲੱਗੀਆਂ ਹੋਈਆਂ। ਕੀ ਇਹ ਸਾਰਾ 2024 ਨੂੰ ਦੇਖ ਕੇ ਕੀਤਾ ਜਾ ਰਿਹਾ ਜਾਂ ਵਾਕਈ ਇਹਦੇ ਵਿੱਚ ਬਹੁਤ ਵੱਡੇ ਸਕੈਂਡਲਸ ਨੇ? ਇਹ ਦੇਖਣਾ ਬਹੁਤ ਇੰਟਰਸਟਿੰਗ ਹੋਊਗਾ ਜਦੋਂ ਵੀ ਇਹ ਸਾਰਾ ਕੁਝ ਬਾਹਰ ਆਏਗਾ। ਮੈਨੂੰ ਲੱਗਦਾ ਕਿ ਉਦੋਂ ਬਹੁਤ ਦੇਖਣਾ ਹੋਵੇਗਾ। ਇੱਕ ਜਿਹੜਾ ਦੂਜਾ ED ਨੇ ਇੱਕ ਹੋਰ ਕੀਤਾ ਹੈਗਾ, ਉਹ ਹੈਗਾ ਜਿਹੜਾ ਇਰੀਗੇਸ਼ਨ ਦੇ ਠੇਕੇਦਾਰ ਨੇ ਗੁਰਿੰਦਰ ਸਿੰਘ। ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਉਹਨਾਂ ਦੀ ਵਾਈਫ ਦੀ ਪ੍ਰਾਪਰਟੀ 70 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਹੈ ਉਹ ਜ਼ਬਤ ਕਰ ਲਈ ਗਈ ਹੈ। ਇਹ ਮੈਨੂੰ ਇੱਕ ਟੈਕਨੀਕਲ ਪਹਿਲੂ ਮੈਨੂੰ ਇਹ ਸਮਝ ਨਹੀਂ ਆਇਆ, ਕਿਉਂਕਿ ਸੇਮ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਵਿਜੀਲੈਂਸ ਵੀ ਜਿਹੜਾ ਹੈ ਅਟੈਚ ਕਰ ਚੁੱਕਿਆ ਹੈ। ਤਾਂ ਕੀ ਜਦੋਂ ਇੱਕ ਜਾਂਚ ਏਜੰਸੀ ਜਦੋਂ ਅਟੈਚ ਕਰ ਲੈਂਦੀ ਹੈ ਤਾਂ ਦੂਜੀ ਵੀ ਕੀ ਆਪਣੇ ਕੇਸਾਂ ਲਈ ਜ਼ਬਤ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ? ਇਹ ਟੈਕਨੀਕਲ ਪਹਿਲੂ ਨੇ। ਅੱਜ ਮੈਂ ਕਰੂੰਗਾ ਕੋਸ਼ਿਸ਼ ਕਿ ਇਹ ਤੇ ਵਿਜੀਲੈਂਸ ਦੇ ਅਧਿਕਾਰੀ ਆ ਜਿਹੜੇ ਹੋਰ ਟੈਕਨੀਕਲ ਮਾਹਿਰ ਨੇ ਉਹਨਾਂ ਤੋਂ ਪਤਾ ਕੀਤਾ ਜਾਏ ਕਿ ਦੋ ਏਜੰਸੀਆਂ ਇੱਕੋ ਹੀ ਪ੍ਰਾਪਰਟੀ ਨੂੰ ਜ਼ਬਤ ਕਿਵੇਂ ਕਰੀ ਜਾ ਰਹੀਆਂ ਨੇ। ਇਹ ਵੀ ਇੰਟਰਸਟਿੰਗ ਹੈ, ਕਿਉਂਕਿ ਇਹ ਜਿਹੜਾ ਆਪਾਂ ਕੱਲ ਇੱਕ ਗੱਲ ਕੀਤੀ ਸੀਗੀ ਸੁਰਿੰਦਰ ਪਹਿਲਵਾਨ ਦੀ, ਜਿਹੜੇ ਚੀਫ ਇੰਜੀਨੀਅਰ ਤੱਕ ਦੀਆਂ ਉਸ ਤੇ ਗਏ ਨੇ, ਉਹਨਾਂ ਦੀ 1200 ਕਰੋੜ ਦੇ, ਇਹ ਉਹਨਾਂ ਦਾ ਵੀ ਚਹੇਤਾ ਠੇਕੇਦਾਰ ਸੀਗਾ ਗੁਰਿੰਦਰ ਸਿੰਘ, ਜਿਹਨੂੰ ਬਹੁਤ ਠੇਕੇ ਮਿਲਦੇ ਰਹੇ ਨੇ। ਔਰ ਕਹਿੰਦੇ ਇਹਦੀ ਇੰਨੀ ਕੁ ਚੜ੍ਹਤ ਸੀ ਕਿ ਬੈਠੇ ਹੀ ਇਹ ਜਿਸ ਮਰਜ਼ੀ ਐਕਸੀਅਨ ਨੂੰ ਜਾਂ SC ਨੂੰ ਜਾਂ ਚੀਫ ਇੰਜੀਨੀਅਰ ਨੂੰ ਬਦਲਾਉਣ ਦੀ ਹਿੰਮਤ ਰੱਖਦਾ ਸੀ। ਭਾਸਕਰ ਸਾਹਿਬ ਬੜੀ ਛੋਟੀ ਟਿੱਪਣੀ ਕਰਿਓ, ਮੈਂ ਜੰਜੂਆ ਸਾਹਿਬ ਵਾਲਾ ਮਾਮਲਾ ਤੁਹਾਡੇ ਨਾਲ ਲਿਆਉਣਾ। ਸਭ ਤੋਂ ਪਹਿਲੇ ਤਾਂ ਮਨੀਸ਼ ਸਿਸੋਦੀਆ ਹੋਣਾ, ਇਹ 5ਵੀਂ ਚਾਰਜਸ਼ੀਟ ਸੀਗੀ ED ਦੀ। 5ਵੀਂ ਚਾਰਜਸ਼ੀਟ ਦੇ ਵਿੱਚ ਪਹਿਲੀ ਵਾਰ ਮਨੀਸ਼ ਸਿਸੋਦੀਆ ਹੋਣਾ ਨੂੰ ਅਕਿਊਜ਼ ਬਣਾਇਆ ਗਿਆ, ਉਹ ਵੀ ਕੀ ਅਕਿਊਜ਼, ਚੀਫ ਕੌਂਸਪੀਰੇਟਰ। ਯਾਨੀ ਇਹ ਇੱਕ ਮਨੀਸ਼ ਸਿਸੋਦੀਆ ਨੂੰ ਵਾਸਤੇ ਅੱਗੇ ਚੱਲ ਕੇ ਮੁਸ਼ਕਿਲਾਂ ਵਧਣ ਵਾਲੀ ਹੈ, ਇਹ ਇੱਕ ਇੰਡੀਕੇਸ਼ਨ ਹੈਗਾ। ਗੱਲ ਤੁਸੀਂ ਕੀਤੀ ਪਹਿਲਵਾਨ ਸਾਹਿਬ ਦੀ ਗੱਲ ਕੀਤੀ, ਗੁਰਿੰਦਰ ਠੇਕੇਦਾਰ ਉਹਨਾਂ ਦੀ 70 ਕਰੋੜ ਦੀ ਗੱਲ ਹੋਈ ਹੈ। ਇਹ ਜਦ ਸਕੈਮ ਸ਼ੁਰੂ ਹੋਇਆ ਸੀਗਾ, ਤੁਹਾਨੂੰ ਯਾਦ ਹੋਏਗਾ, ਹਰ ਅਖਬਾਰ ਦੇ ਵਿੱਚ 1000 ਕਰੋੜ ਦਾ ਇਰੀਗੇਸ਼ਨ ਸਕੈਮ ਛਪਦਾ ਸੀਗਾ। ਬਾਅਦ ਚੋਂ ਇਹ ਛੋਟਾ ਹੁੰਦਾ ਹੋਏ 150 ਕਰੋੜ ਤੱਕ ਵੀ ਆਇਆ। ਫਿਰ ਬਾਅਦ ਚੋਂ ਗੁਰਿੰਦਰ ਉਹਨਾਂ ਦਾ ਹੀ ਕਹਿਣਾ ਸੀਗਾ ਵੀ 1000 ਕਰੋੜ ਦੇ ਤੇ ਮੈਂ ਟੋਟਲ ਕੰਮ ਵੀ ਨਹੀਂ ਕੀਤੇ, ਸਕੈਮ 1000 ਕਰੋੜ ਦਾ ਕਿੱਦਾਂ ਦਾ ਹੋ ਗਿਆ। 70 ਕਰੋੜ 15 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ। ਗੁਰਿੰਦਰ ਉਹਨਾਂ ਦੇ ਨਾਲ ਤੇ ਏਦਾਂ ਹੋਇਆ ਕਿ ਵੀ ਜਿੱਦਾਂ ਕਹਿੰਦੇ ਆ ਆਪਾਂ ਗੁਰਿੰਦਰ ਉਹਨਾਂ ਨੂੰ ਭੁੱਲ ਜਾਈਏ, ਇੱਕ ਵਿਅਕਤੀ ਨੂੰ ਹਰ ਬੰਦੇ ਨੇ ਲੁੱਟਿਆ। ਔਰ ਇੱਕ ਉਹ ਬਿਹਾਰ ਦਾ ਵੀ ਇਨਸੀਡੈਂਟ ਮੈਨੂੰ ਯਾਦ ਆਇਆ ਵੀ ਅਗਲਿਆਂ ਨੇ, ਡਾਕੂਆਂ ਨੇ ਲੁੱਟੀ ਬੱਸ ਦੇ ਵਿੱਚੋਂ ਨਿਕਲੇ ਪੈਸੇ ਜਿੰਨੇ ਵੀ ਨਿਕਲੇ, ਟੋਟਲ ਕਲੈਕਸ਼ਨ ਹੋਈ 70,000 ਦੀ। ਤੇ ਬਾਅਦ ਚੋਂ ਉਹਨਾਂ ਨੇ ਫੈਸਲਾ ਕੀਤਾ ਵੀ ਸਾਰਿਆਂ ਦੇ ਪੈਸੇ ਵਾਪਸ ਕਰ ਦਿਓ। ਉਹ ਕਹਿੰਦੇ ਵੀ ਕੀ ਬਈ ਬੋਲਣਾ ਕੁਛ ਨਹੀਂ ਹੈ, ਸਾਰਿਆਂ ਦੇ ਪੈਸੇ ਆਪਣੇ ਆਪਣੇ ਵਾਪਸ ਲੈ ਲਓ। ਉਹਨਾਂ ਨੇ ਕਿਸੇ ਨੇ ਕਾਰਨ ਪੁੱਛ ਲਿਆ, ਕੋਈ ਤੁਹਾਡੇ ਵਰਗਾ ਹਿੰਮਤ ਵਾਲਾ ਬੰਦਾ ਹੋਏਗਾ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਬੱਸ ਲੁੱਟਣ ਦੇ ਥਾਣੇ ਦੇ ਵਿੱਚ ਹੀ 1.5 ਲੱਖ ਰੁਪਏ ਦੇਣੇ ਪੈਣੇ ਹੈ ਤੇ ਕਲੈਕਸ਼ਨ 70,000 ਦੀ ਹੋਈ ਹੈ। ਤੇ ਇਹੀ ਕੁਝ ਗੁਰਿੰਦਰ ਨਾਲ ਨਾ ਹੋਇਆ ਹੋਏ। ਪਰ ਚਲੋ ਹੁਣ ਇਹ ਕੇਸ ਤੇ ਚੱਲਦਾ ਪਿਆ। 3 ਵੱਡੇ ਅਫਸਰ, 2 ਪੂਰਵ ਮੰਤਰੀ ਇਹ 1000 ਕਰੋੜ ਦੇ ਇਰੀਗੇਸ਼ਨ ਸਕੈਮ ਦੇ ਚੱਕਰ ਵਿੱਚ ਵਿਜੀਲੈਂਸ ਦੇ ਚੱਕਰ ਤੇ ਲਾ ਰਹੇ ਨੇ। ਪਰ ਗੁਰਿੰਦਰ ਨਾਲ ਬੜੀ ਮਾੜੀ ਹੋਈ, ਪ੍ਰਾਪਰਟੀ ਵੀ ਗਈ, ਬਦਨਾਮੀ ਅਲੱਗ, ਔਰ ਨਾਲੇ ਵੱਡੇ ਅਫਸਰਾਂ ਨਾਲ ਪੰਗਾ ਜੀ। ਨਹੀਂ ਉਹ ਹਿੰਮਤ ਵਾਲੇ ਬੰਦੇ ਆ, ਰੱਬ ਦਾ ਨਾਮ ਲੈਣ ਵਾਲੇ ਆ। ਮੈਨੂੰ ਲੱਗਦਾ ਬਹੁਤਾ ਅਸਰ ਨਹੀਂ ਹੋਣ ਵਾਲਾ। ਜਿਸ ਬੰਦੇ ਨੂੰ ਹੁਨਰ ਆਉਂਦਾ ਹੋਵੇ ਉਹ ਕੰਮ ਮੁੜ ਕੇ ਸਿਫਰ ਤੋਂ ਵੀ ਸ਼ੁਰੂ ਕਰ ਲੈਂਦਾ। ਇਸ ਵਾਰੀ ਤੇ ਮੈਂ ਵੀ ਹਿੱਸਾ ਪਾਉਣ ਨੂੰ ਫਿਰਦਾ ਉਹਨਾਂ ਨਾਲ ਵੀ ਮੈਨੂੰ ਵੀ ਨਾਲ ਰਲਾ ਲਓ। ਕੰਮ ਇੰਨੀ ਤੇਜ਼ੀ ਨਾਲ, ਇੰਨੀ ਦਰ ਨਾਲ ਕੋਈ ਹੋਰ ਵਾਧਾ ਨਹੀਂ ਹੁੰਦਾ। ਬਾਅਦ ਚ ਕੀ ਆ, ਭਾਸਕਰ ਸਾਹਿਬ, ਜੰਜੂਆ ਸਾਹਿਬ ਦੀ ਰਿਟਾਇਰਮੈਂਟ ਨੇੜੇ ਆਈ ਜਾਂਦੀ, ਉਹਨਾਂ ਉਹ ਵਾਹ ਹੁੰਦਾ ਹੀ। ਹਾਂਜੀ, ਸਵੇਰੇ ਆਂਦੇ ਉਹ ਬਹੁਤ ਟ੍ਰੈਡਮਿਲ ਵੀ ਬਹੁਤ ਕਰਦੇ ਆ, ਆਪਣੀ ਸਿਹਤ ਪ੍ਰਤੀ ਵੀ ਬਹੁਤ ਜਾਗਰੂਕ ਨੇ। ਤੇ ਅੱਜ ਕੱਲ ਅਫਸਰਾਂ ਦੀਆਂ ਮੀਟਿੰਗਾਂ ਵੀ ਬਹੁਤ ਮੈਰਾਥਨ ਲੈਣ ਲੱਗ ਪਿਆ ਤੇ ਆਰਡਰ ਵੀ ਬੜੇ ਸਖਤ ਕਰਦੇ ਆ। ਆਰਡਰ ਮੰਨੇ ਵੀ ਜਾਂਦੇ ਆ, ਕੋਈ ਪਤਾ ਕਰਾਓ ਜ਼ਰਾ। ਜੂਨ 30 ਨੂੰ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲੇ ਉਹ ਫਿਟਨੈਸ ਲੈਵਲ ਆਪਣਾ ਵਧਾ ਰਹੇ ਨੇ। ਔਰ ਇਹ ਚਿੱਠੀ, ਇਹ ਨਿਰਦੇਸ਼ ਪਹਿਲੀ ਵਾਰ ਨਹੀਂ ਕੀਤੇ, ਜਿਹੜੇ ਹੁਣ ਜਿਸ ਨਿਰਦੇਸ਼ ਦਾ ਜ਼ਿਕਰ ਕਰ ਰਹੇ ਆ, ਉਹਨਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਹ ਗੱਲ ਕਹਿਤੀ, ਜੇ ਕੋਈ ਚਿੱਠੀ ਵਿਜੀਲੈਂਸ ਵੱਲੋਂ ਆਏ ਨਾ, 15 ਦਿਨਾਂ ਦੇ ਅੰਦਰ ਤੁਸੀਂ ਉਹ ਸਾਰੀ ਫਾਈਲਾਂ, ਸਾਰੇ ਜਵਾਬ, ਜੋ ਕੁਝ ਮੰਗਿਆ ਉਹ ਸਭ ਕੁਝ ਦੇਣਾ ਹੈ। ਜੇ ਨਹੀਂ ਦਿੱਤਾ ਤੇ ਤੁਹਾਡੇ ਖਿਲਾਫ ਕੋਈ ਐਕਸ਼ਨ ਹੋ ਸਕਦਾ ਹੈ। ਹੁਣ ਇਹ ਇਨਸਟਰਕਸ਼ਨ ਮੇਰੇ ਖਿਆਲ ਨਾਲ ਪਹਿਲਾਂ ਕਦੇ ਹੋਇਆ? ਪਹਿਲਾਂ ਕਦੇ ਹੋਇਆ? ਪੁੱਛ ਲੈਣਾ ਸੀ। ਪਿਛਲੇ 6 ਮਹੀਨਿਆਂ ਦੇ ਵਿੱਚ ਇਹ ਤੀਜੀ ਵਾਰ ਹੈ ਜਦ ਜੰਜੂਆ ਸਾਹਿਬ ਸੇਮ ਆਰਡਰ ਕਰ ਰਹੇ ਨੇ। ਮਈ ਦਾ ਮਹੀਨਾ
ਹੁਣ 10 ਤਰੀਕ ਆਉਣ ਵਾਲੀ ਹੈ, 5 ਆ ਗਈ ਹੈ, ਜੂਨ 30 ਨੂੰ ਰਿਟਾਇਰ ਹੋ ਰਹੇ ਨੇ, 15 ਦਿਨਾਂ ਦੇ ਅੰਦਰ ਸਾਰੀ ਜਾਣਕਾਰੀ ਦਿਓ। ਹੁਣ ਜੰਜਵਾ ਸਾਹਿਬ ਹੈ ਲਾਸਟ ਵਿੱਚ ਐਕਸ਼ਨ ਮੋਡ ਦੇ ਵਿੱਚ ਦੇਖੇ ਤੇ ਜਾ ਰਹੇ ਨੇ, ਪਰ ਇਹ ਵਿਜੀਲੈਂਸ ਦੀ ਚਿੱਠੀ ਡੀਐਸਪੀ ਲੈਵਲ ਦੇ ਅਧਿਕਾਰੀ ਦੀ ਕਿਸੇ ਵੀ ਵਿਭਾਗ ਨੂੰ ਜਾਏ, 15 ਦਿਨ ਦੇ ਅੰਦਰ ਐਕਸ਼ਨ ਲਓ, ਫਾਈਲਾਂ ਦਿਓ। ਇਹ ਗੱਲ ਅੱਗੇ ਚੱਲ ਕੇ ਮੈਂ ਕਿੰਨੀ ਕੁ ਮੰਨੀ ਜਾਂਦੀ ਹੈ ਤੇ ਪਤਾ ਨਹੀਂ, ਪਰ ਹਾਂ ਫਿਟਨੈਸ ਲੈਵਲ, ਐਕਸ਼ਨ ਲੈਵਲ, ਮੈਂਟਲ ਲੈਵਲ, ਇੰਟੈਲੈਕਚੁਅਲ ਲੈਵਲ ਜੰਜਵਾ ਸਾਹਿਬ ਪੂਰਾ ਵਧਾ ਰਹੇ ਨੇ। ਜੂਨ 30 ਤੋਂ ਪਹਿਲੇ ਹੋ ਸਕਦਾ ਕੋਈ ਟੈਸਟ ਉਸ ਦਾ ਦੇਣਾ ਪੈਣ ਉਹਨਾਂ ਨੂੰ। ਇੰਦਰਪ੍ਰੀਤ ਜੀ, ਸਾਡੇ ਨਾਲ ਜੰਜਵਾ ਸਾਹਿਬ ਦੀ ਸੱਜਣਤਾਈ ਤੇ ਹੈਗੀ ਆ, ਸਵਾਲ ਇਹ ਹੈ ਬਈ ਸਾਡੇ ਨਾਲ ਬਹੁਤ ਅਫਸਰਾਂ ਦੀ, ਬਹੁਤ ਪੋਲੀਟੀਸ਼ੀਅਨਸ ਦੀ ਸੱਜਣਤਾਈ ਇੰਡੀਵਿਜੂਅਲ ਹੁੰਦੀ ਆ, ਜਦੋਂ ਸਮੂਹਿਕ ਤੌਰ ਤੇ ਲੱਗਦਾ ਨਾ, ਜਿੱਦਾਂ ਹੁਣ ਜੰਜਵਾ ਸਾਹਿਬ ਨੇ ਜੇ ਪਾਰਟੀ ਕਰਨੀ ਹੋਵੇ ਤੇ ਉਹਨਾਂ 10 ਵਾਰੀ ਸੋਚਣਾ ਯਾਰ ਇਹਨਾਂ ਨੂੰ ਬੁਲਾਈਏ ਕਿ ਨਹੀਂ, ਇਹ ਨਾ ਹੋਵੇ ਮੈਸੇਜ ਗਲਤ ਚੱਲ ਜੇ ਵੀ ਤੁਹਾਡੀ ਤੇ ਬੜੀ ਸਾਂਝ ਹੈ, ਤਵਾ ਤੇ ਰੋਜ਼ ਲਾ ਕੇ ਬੈਠੇ ਹੁੰਦੇ। ਸੋ ਐਤਕੀ ਜੰਜਵਾ ਸਾਹਿਬ ਦੇ ਕੰਨ ਚ ਕਹਿਓ ਵੀ ਜੇ ਤੁਹਾਡੀ ਰਿਟਾਇਰਮੈਂਟ ਪਾਰਟੀ ਹੋਈ, ਮੈਂ ਦੋ ਗੱਲਾਂ ਕਹਿਣ ਲੱਗਿਆ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸਾਲ ਨਾ ਹੋਵੇ, ਮਤਲਬ ਇਹ ਵੈਸੇ ਨਿੱਜੀ ਰਿਸ਼ਤਿਆਂ ਦੇ ਆਧਾਰ ਤੇ, ਕੰਮਕਾਜ ਦੇ ਆਧਾਰ ਤੇ ਮੈਨੂੰ ਨਹੀਂ ਪਤਾ ਕੀ ਕਰ ਰਹੇ, ਤੇ ਉਹਨਾਂ ਨੂੰ ਇਹ ਦੱਸ ਦਿਓ ਵੀ ਰਿਟਾਇਰਮੈਂਟ ਪਾਰਟੀ ਤੋਂ ਬਾਅਦ ਤਾਂ ਏਡਾ ਕੋਈ ਖਤਰਾ ਨਹੀਂ ਹੁੰਦਾ, ਉਦੋਂ ਸਾਨੂੰ ਸੱਦ ਲੈਣ, ਦੱਸਿਓ ਜਰਾ ਕਦੋਂ ਪਾਰਟੀ ਉਹਨਾਂ ਦੀ। ਅਸਲ 'ਚ ਦੇਖੋ ਇਹ ਵੀ ਜਿਹੜਾ ਬਿਊਰੋਕ੍ਰੈਟਿਕ ਸਰਕਲ ਦੇ ਵਿੱਚ ਇਹ ਸਵਾਲ ਤਾਂ ਬਣਿਆ ਹੋਇਆ ਹਜੇ ਵੀ, ਕਿਉਂਕਿ ਅਸੀਂ ਕੱਲ ਪਰਸੋਂ ਹੀ ਉਹਨਾਂ ਨਾਲ ਗੱਲ ਕੀਤੀ ਸੀਗੀ ਕਿ ਕੀ ਕੋਈ ਉੱਥੋਂ ਆ ਗਿਆ ਹੈ, ਤਾਂ ਉਹਨਾਂ ਦਾ ਖੁਦ ਦਾ ਹੀ ਕਹਿਣਾ ਸੀ ਕਿ ਵੀ ਇਹ ਇੰਨੀ ਜਲਦੀ ਡਿਸੀਜਨ ਨਹੀਂ ਹੁੰਦੇ, ਔਰ ਦੂਜਾ ਇਹ ਬੜੇ ਪੋਲੀਟੀਕਲ ਡਿਸੀਜਨ ਹੁੰਦੇ ਆ, ਇੰਨੀ ਸੌਖਿਆ ਨਹੀਂ ਹੁੰਦੇ। ਸੋ ਹਜੇ ਤੱਕ ਇਹ ਕੋਈ ਨਹੀਂ ਆਇਆ ਹੈਗਾ, ਔਰ ਕੋਈ ਦਿਖ ਨਹੀਂ ਰਹੀ ਹੈ ਕੋਈ ਆਸ ਜੀ ਆਉਣ ਦੀ ਵੀ, ਕਿਉਂਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ, ਔਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦੋਨਾਂ ਦੇ ਵਿੱਚ ਕਾਫੀ ਕਸ਼ਮਕਸ਼ ਚੱਲਦੀ ਰਹਿੰਦੀ ਹੈ, ਤੇ ਉਹ ਦੇਣਗੇ ਇਹਦੀ ਮੈਨੂੰ ਬਹੁਤ ਹੀ ਘੱਟ ਉਮੀਦ ਹੈ, ਬਹੁਤ ਘੱਟ ਉਮੀਦ ਹੈ ਮੈਨੂੰ। ਅੱਛਾ, ਅਨੁਰਾਗ ਵਰਮਾ ਸੈਕਟਰੀ ਹੋਮ ਨੇ ਐਡੀਸ਼ਨਲ ਚੀਫ ਸੈਕਟਰੀ ਹੋਮ, ਕੀ ਉਹ ਨਵੇਂ ਚੀਫ ਸੈਕਟਰੀ ਹੋ ਸਕਦੇ ਆ ਜਾਂ ਕੋਈ ਹੋਰ ਹੋ ਸਕਦੇ, ਦੱਸੋ ਜਰਾ। ਦੇਖੋ ਹਜੇ ਤਾਂ ਲਾਈਨਸ ਦੇ ਵਿੱਚ ਤਾਂ ਬਹੁਤ ਨੇ, ਮਤਲਬ ਈਵਨ ਜਿਹੜੇ ਕੈਪਸਨਾ ਵੀ ਲਾਈਨ ਦੇ ਵਿੱਚ ਹੈਗੇ ਨੇ, ਔਰ ਉਹ ਸੀਨੀਅਰ ਵੀ ਨੇ, ਔਰ ਅਨੁਰਾਗ ਅਗਰਵਾਲ ਵੀ ਸੀਨੀਅਰ ਨੇ। ਵੀਕੇ ਸਿੰਘ ਦਾ ਇੱਕ ਨਾਮ ਬਹੁਤ ਸ਼ਿੱਦਤ ਨਾਲ ਚੱਲਦਾ ਰਿਹਾ, ਪਹਿਲਾਂ ਵੀ ਚੱਲਦਾ ਰਿਹਾ, ਉਹ ਤਾਂ ਇੱਥੇ ਹੈ ਨਹੀਂ ਸ਼ਾਇਦ, ਹੈ ਨਾ। ਹਾਂ, ਉਹ ਡੈਪੂਟੇਸ਼ਨ ਤੇ ਨੇ ਸੈਂਟਰਲ, ਔਰ ਕਿਉਂਕਿ ਉਹਨਾਂ ਕੋਲੇ ਕੋਈ ਉੱਥੇ ਬਹੁਤ ਅੱਛਾ ਮਹਿਕਮਾ ਹੈ ਨਹੀਂ, ਸੈਕਟਰੀ ਲੱਗੇ ਹੋਏ ਨੇ ਜਿਹੜੇ ਸਾਬਕਾ ਸੈਨਿਕ ਹੁੰਦੇ ਆ ਉਹਨਾਂ ਦੇ ਮਹਿਕਮੇ 'ਚ, ਉਹ ਨਵਾਂ ਮੰਤਰਾਲਾ ਬਣਾਇਆ ਹੈ ਗਵਰਨਮੈਂਟ ਆਫ ਇੰਡੀਆ ਨੇ, ਸੋ ਉਹ ਵੀ ਚਾਹੁੰਦੇ ਹੈ ਇੱਥੇ ਆਉਣਾ ਕਿ ਚੀਫ ਸੈਕਟਰੀ ਹਰ ਇੱਕ ਦੀ ਇੱਕ ਉਹ ਰਹਿੰਦੀ ਹੈ ਵੀ ਜਦੋਂ ਕੈਬਨਿਟ ਸੈਕਟਰੀ ਬਣੇ ਜਾਂ ਚੀਫ ਸੈਕਟਰੀ ਬਣੇ, ਇਹ ਸਭ ਦੀ ਇੱਕ ਖੁਆਇਸ਼ ਹੁੰਦੀ ਹੈ ਆਈਐਸ ਦੇ ਵਿੱਚ, ਤੇ ਉਹ ਵੀ ਇੱਕ ਲਾਈਨ ਦੇ ਵਿੱਚ ਹੈਗੇ ਹੈ। ਅਨੁਰਾਗ ਵਰਮਾ ਵੀ ਜਿਹੜੇ ਹੈਗੇ ਆ ਉਹ ਲਾਈਨ ਦੇ ਵਿੱਚ ਹੈਗੇ ਆ। ਇਹ ਡਿਪੈਂਡ ਕਰੇਗਾ ਕਿ ਜੇ ਐਕਸਟੈਂਸ਼ਨ ਨਹੀਂ ਮਿਲਦੀ ਤਾਂ ਇਹਨਾਂ ਵਿੱਚ ਲੌਬਿੰਗ ਕਿਹਦੀ ਜ਼ਿਆਦਾ ਮਜ਼ਬੂਤੀ ਨਾਲ ਹੋ ਜਾਂਦੀ ਹੈ। ਦਿੱਲੀ ਦਾ ਸਵਾਦ ਹੀ ਵੱਖਰਾ ਹੁੰਦਾ। ਅੱਜ ਸਾਜਰੇ ਦੇਖਿਆ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਸਪਾਲ ਸਿੰਘ ਸੰਧੂ ਦਿੱਲੀ ਦੇ ਕਿਸੇ ਜਗ੍ਹਾ ਤੇ ਸੈਰ ਕਰ ਰਹੇ ਸੀਗੇ, ਕਿਸੇ ਕੰਮ ਗਏ ਹੋਣੇ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਦਿੱਲੀ ਤੁਹਾਨੂੰ ਬਾਰ-ਬਾਰ ਕਿਉਂ ਖਿੱਚ ਲੈਂਦੀ ਹੈ। ਫਿਰ ਉਹ ਕੰਪੈਰੀਜ਼ਨ ਦੇ ਵਿੱਚ ਜ਼ਿਕਰ ਕਰ ਰਹੇ ਸੀ, ਕਿਉਂਕਿ ਉਹ ਪਹਿਲਾਂ ਸੈਕਟਰੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੁੰਦੇ ਸੀਗੇ, ਵੀ ਦਿੱਲੀ ਦਾ ਸਵਾਦ ਹੀ ਵੱਖਰਾ। ਸੋ ਵੀਕੇ ਸਿੰਘ ਦਿੱਲੀ ਦਾ ਸਵਾਦ ਛੱਡ ਪਾਉਣਗੇ ਕਿ ਨਹੀਂ, ਤੇ ਇਹ ਸਵਾਦ ਸੱਤਾ ਦੇ ਵੀ ਹੁੰਦੇ ਆ, ਸੱਤਾ ਤੇ ਉੱਪਰਲੀ ਸੱਤਾ ਦੇ ਵਿੱਚ ਫਸੇ ਰਹਿਣ ਦਾ ਸਵਾਦ ਵੀ ਆਪਣਾ ਹੀ ਹੁੰਦਾ। ਖੈਰ, ਆਜ਼ਾਦੀ ਦਾ ਸਵਾਦ ਵੀ ਆਪਣਾ ਹੀ ਹੁੰਦਾ। ਨੌਕਰੀਆਂ ਦਾ ਸਵਾਦ ਤੇ ਕਿਆ ਸਵਾਦ ਹੈ, ਪਰ ਆਜ਼ਾਦੀ ਦਾ ਸਵਾਦ ਵੀ ਬੜਾ ਗਾਂਹ ਦਾ ਸਵਾਦ ਹੈ। ਪਰ ਇੱਕ ਸਵਾਦ ਹੋਰ ਹੁੰਦਾ, ਖੌਫ ਤੋਂ ਮੁਕਤ ਹੋਣ ਦਾ, ਡਰ ਤੋਂ ਮੁਕਤ ਹੋ ਜਾਣ ਦਾ, ਕਿਸੇ ਚੀਜ਼ ਦੇ ਗਵਾਚ ਜਾਣ ਦਾ ਡਰ ਮੁਕਾ ਦੇਣ ਦਾ। ਸਵਾਲ ਇਸ ਗੱਲ ਦਾ ਹੈ ਕਿ ਸਾਡੀ ਸਾਰੀ ਸੁਸਾਇਟੀ ਦੇ ਵਿੱਚ ਬਹੁਤ ਗਿਣਤੀ ਲੋਕ ਇਸ ਗੱਲ ਤੋਂ ਡਰੇ ਰਹਿੰਦੇ ਆ ਕਿ ਮੇਰਾ ਰਿਸ਼ਤਾ ਨਾ ਖਰਾਬ ਹੋ ਜਾਏ, ਮੁੱਕ ਨਾ ਜਾਏ, ਮੇਰਾ ਆ ਸਰਮਾਇਆ ਨਾ ਚਲੇ ਜਾਏ। ਕਈ ਵਾਰੀ ਇੰਝ ਲੱਗਦਾ ਕਿ ਆਪਾਂ ਸਾਰੇ ਇੱਕ ਵੀਡੀਓ ਗੇਮ ਜੀ ਦੇ ਵਿੱਚ ਹੈਗੇ ਆ। ਸ਼ਾਇਦ ਇਹ ਆਪਾਂ ਨਹੀਂ ਸਮਝ ਪਾਉਂਦੇ। ਜਿਸ ਦਿਨ ਇਹ ਸਮਝ ਗਏ ਵੀ ਆਪਾਂ ਇੱਕ ਵੱਡੀ ਵੀਡੀਓ ਗੇਮ ਦਾ ਹਿੱਸਾ ਹੈ, ਉਦੋਂ ਇਸ ਗੱਲ ਤੋਂ ਮੁਕਤ ਹੋ ਜਾਾਂਗੇ ਕਿ ਸਾਨੂੰ ਸਾਡੀ ਹੈਸੀਅਤ ਨੂੰ ਕੋਈ ਖੋ ਨਾ ਲਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।